ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 54 ਅਸੁੰਨੀ ਕੁਮਾਰ ਹਿਰਦਾ ਸੁਖ ਸਾਰ। ਅਸੁੰਨੀ ਕੁਮਾਰ ਹਿਰਦਾ ਸੁਖ ਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸ਼ੁਭਾਏ ਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਸ਼ਹੀਦਾਂ ਸਿੰਘਾਂ ਦੇ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਣ ਜਲੰਧਰ ਵਿਖੇ ਸੰਧਿਆ ਦੇ ਸੋਹਣੇ ਸੁੰਦਰ ਸਜੇ ਹੋਏ ਦੀਵਾਨ ਵਿੱਚ ਆਪ ਜੀ ਬੜੇ ਹੀ ਪਿਆਰ ਅਦਬ ਦੇ ਸਹਿਤ ਸ਼ਰਧਾ ਭਾਵਨਾ ਹਿਰਦਿਆਂ ਦੇ ਵਿੱਚ ਲੈ ਕਰਕੇ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਦੀਵਾਨ ਦੌਰਾਨ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬ ਜੀ ਦੇ ਪਾਸੋਂ ਸਰਵਣ ਕਰਕੇ ਆਨੰਦ ਲਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਆਓ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਪ ਜੀ ਸਰਵਣ ਕਰ ਰਹੇ ਸੀ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕ੍ਰਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ 5ਵੀਂ ਰਿਤੂ ਦਾ 14ਵਾਂ ਅੰਸੂ ਜੀ ਦੇ ਵਿੱਚ ਸਾਹਿਬ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਤਿਨਾਂ ਦੇ ਦਰਸ਼ਨ ਕਰਨ ਦੇ ਲਈ ਬੇਅੰਤ ਗੁਰੂ ਕੀਆਂ ਸੰਗਤਾਂ ਵੱਖਰੋ ਵੱਖਰੇ ਇਲਾਕਿਆਂ ਤੋਂ ਪਹੁੰਚੀਆਂ ਹਨ। ਇਨ ਸੰਗਤਾਂ ਦੇ ਵਿੱਚ ਇੱਕ ਬਹੁਤ ਹੀ ਗੁਰੂ ਘਰ ਦਾ ਅਨੰਨ ਸਿੱਖ ਭਾਈ ਵਿਸ਼ੰਬਰ ਦਾਸ ਬਾਣੀਆਂ ਜੋ ਉਜੈਨ ਨਗਰ ਦੇ ਰਹਿਣ ਵਾਲਾ ਸੀ, ਉਹ ਆਪਣੇ ਪੁੱਤਰ ਹਰਗੋਪਾਲ ਦੀ ਗਲਤੀ ਬਖਸ਼ਾਉਣ ਦੇ ਲਈ ਔਰ ਸਿੱਖੀ ਦਾ ਦਾਨ
ਸਿੱਖੀ ਦੀ ਜਾਂਚ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਬਖਸ਼ਿਸ਼ ਵਜੋਂ ਲੈਣ ਦੇ ਲਈ ਪਹੁੰਚਿਆ ਹੋਇਆ ਹੈ। ਉਹਨੇ ਆਪਣੇ ਪੁੱਤਰ ਦੀ ਗਲਤੀ ਦੀ ਖਿਮਾ ਮੰਗ ਕੇ ਉਪਰੰਤ ਸਤਿਗੁਰਾਂ ਦਾ ਫਿਰ ਪਵਿੱਤਰ ਹੁਕਮ ਪ੍ਰਾਪਤ ਕਰ ਲਿਆ, ਬਚਨ ਪ੍ਰਾਪਤ ਕਰ ਲਿਆ। ਸ਼ਰਧਾ ਭਾਵਨਾ ਪ੍ਰੇਮ ਦਾ ਜਿਹੜਾ ਬਚਨ ਉਹਦਾ ਪੁੱਤਰ ਜਿਹੜਾ ਸ਼ਰਧਾ ਤੋਂ ਹੀਣਾ ਸੀ ਹਰਗੋਪਾਲ, ਗੁਰਦਰਬਾਰ ਵਿੱਚ 1 ਮਹੀਨਾ ਦਰਸ਼ਨ ਕਰਨ ਤੋਂ ਉਪਰੰਤ ਵਾਪਸ ਜਾਂਦਾ ਹੋਇਆ ਰੋਜ਼ੀ ਮਾਜਰੇ ਨਗਰ ਵਿੱਚ ਚਮਕੌਰ ਸਾਹਿਬ ਦੇ ਲਾਗੇ ਭਾਈ ਧਿਆਨ ਸਿੰਘ ਨੂੰ ਵੇਚ ਗਿਆ ਸੀ ਪੈਸੇ ਦਾ ਲਾਲਚ ਕਰਕੇ। ਸੋ ਘਰ ਦੇ ਵਿੱਚ ਕੁਝ ਕੁ ਪਹਿਲਾਂ ਲਹਿਰਾਂ ਬਹਿਰਾਂ ਹੋਈਆਂ, ਜੋ ਇਹਨੇ ਪੈਸਾ ਕਮਾਇਆ ਸੀ ਉਹਨੂੰ ਬਿਜ਼ਨਸ ਦੇ ਵਿੱਚ ਲਾਇਆ, ਪਰ ਫਿਰ ਕੰਗਾਲੀ ਆ ਗਈ। ਫਿਰ ਗੁਰੂ ਚੇਤੇ ਆਇਆ, ਗੁਰੂ ਚਰਨਾਂ ਵਿੱਚ ਪਹੁੰਚਿਆ, ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਨੇ ਵਿਸ਼ੇਸ਼ ਅਰਦਾਸਾਂ ਜੋ ਇੱਕ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ ਹੋਣੀਆਂ ਚਾਹੀਦੀਆਂ, 101 ਅਰਦਾਸਾਂ ਸੰਪੂਰਨ ਮਰਿਆਦਾ, ਕੜਾਹ ਪ੍ਰਸ਼ਾਦ ਦੀ ਮਰਿਆਦਾ, ਅਰਦਾਸ ਦੀ ਮਰਿਆਦਾ ਦੇ ਤਹਿਤ ਭਾਈ ਵਿਸ਼ੰਬਰ ਦਾਸ ਨੂੰ ਦੱਸੀਆਂ ਹਨ, ਜਿਨ੍ਹਾਂ ਵਿੱਚੋਂ ਆਪਾਂ 53 ਅਰਦਾਸਾਂ ਦੀ ਵਿਆਖਿਆ ਕਥਾ ਰੂਪ ਦੇ ਵਿੱਚ ਪਿਛਲੇ 6-7 ਦਿਨਾਂ ਤੋਂ ਲਗਾਤਾਰ ਸਰਵਣ ਕਰਦੇ ਆ ਰਹੇ ਹਾਂ। ਸੋ ਆਓ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਹੈ, ਮਿਹਰ ਕਰਦੇ ਹੈ, ਪਿਆਰ ਦੇ ਨਾਲ ਇਤਿਹਾਸ ਦੀ ਲੜੀ ਨੂੰ ਅੱਗੇ ਜੋੜੀਏ ਤੇ ਸਤਿਗੁਰੂ ਜੀ ਜੋ ਭਾਈ ਵਿਸ਼ੰਬਰ ਦਾਸ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਸ਼ੁਭ ਸਿੱਖਿਆ ਬਖਸ਼ਿਸ਼ ਕਰ ਰਹੇ ਹੈ, ਇਹਨੂੰ ਆਪਣੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰੀਏ। ਸ੍ਰੀ ਵਾਹਿਗੁਰੂ ਸਾਹਿਬ ਜੀ 54 ਅਸੁੰਨੀ ਕੁਮਾਰ ਹਿਰਦਾ ਸੁਖ ਸਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਵਿਸ਼ੰਬਰ ਦਾਸ ਨੂੰ ਹੁਣ ਦੱਸ ਰਹੇ ਹੈ ਕਿ 54 ਨੰਬਰ ਦੇ ਉੱਤੇ ਅਰਦਾਸ ਕਿਵੇਂ ਕਰਨੀ ਹੈ, ਕਿਉਂਕਿ ਅਰਦਾਸ ਗੁਰੂ ਕੇ ਸਿੱਖ ਦੇ ਜੀਵਨ ਦਾ ਆਧਾਰ ਹੈ। ਗੁਰੂ ਅਤੇ ਸਿੱਖ ਦੇ ਵਿੱਚ ਸੰਬੰਧ ਜੋੜਨ ਵਾਲਾ ਇੱਕੋ ਇੱਕ ਸਾਧਨ ਹੈ, ਉਹ ਹੈ ਅਰਦਾਸ। ਗੁਰੂ ਕਾ ਸਿੱਖ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਸਤਿਗੁਰੂ ਜੀ ਤਰੁੱਠਦੇ ਹੈ, ਪ੍ਰਸੰਨ ਹੁੰਦੇ ਹੈ। ਜਦੋਂ ਜੀ ਅਗੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ, ਤਾਂ ਸਤਿਗੁਰੂ ਜੀ ਉਹ ਅਰਦਾਸ ਨੂੰ ਸਿੱਖ ਦੀ ਸ਼ਰਧਾ ਭਾਵਨਾ ਨਾਲ ਕੀਤੀ ਹੋਈ ਦੁਆ ਨੂੰ ਕਬੂਲ ਕਰਦੇ ਹੈ, ਦਰ ਦੇ ਉੱਤੇ ਬੇਨਤੀ ਨੂੰ ਪ੍ਰਵਾਨ ਕਰਦੇ ਹੈ। ਪਹਿਲੇ ਜਾਮੇ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅਰਦਾਸ ਦੀ ਮਰਿਆਦਾ ਗੁਰੂ ਕੇ ਸਿੱਖਾਂ ਨੂੰ ਦੱਸੀ, ਇੱਥੋਂ ਤੱਕ ਕਿ ਜਿਹੜੇ ਅਨਮਤਾਂ ਵਾਲੇ ਵੀ ਸਤਿਗੁਰੂ ਜੀ ਨੂੰ ਮਿਲਦੇ ਸਨ ਨਾ, ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਅਰਦਾਸ ਕਰਨ ਦਾ ਢੰਗ ਸਿਖਾਇਆ ਕਿ ਜਦੋਂ ਸਾਰੇ ਹੀਲੇ ਵਸੀਲੇ ਫੇਲ ਹੋ ਜਾਣ, ਕਿਸੇ ਪਾਸਿਓਂ ਕੋਈ ਓਟ ਮਿਲਦੀ ਨਜ਼ਰ ਨਾ ਆਵੇ, ਆਸਰਾ ਮਿਲਦਾ ਨਜ਼ਰ ਨਾ ਆਵੇ, ਤਾਂ ਗੁਰੂ ਕੇ ਸਿੱਖ ਨੂੰ ਗੁਰੂ ਚਰਨਾਂ ਵਿੱਚ ਅੰਤਰ ਧਿਆਨ ਹੋ ਕੇ ਸ਼ਰਧਾ ਭਾਵਨਾ ਨੂੰ ਹਿਰਦੇ ਵਿੱਚ ਧਾਰਨ ਕਰਦਿਆਂ ਹੋਇਆ ਅਰਦਾਸ ਕਰਨੀ ਚਾਹੀਦੀ ਹੈ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਧਾਂ ਦੇ ਨਾਲ ਜੀਵਨ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਉਹਨਾਂ ਦੀ ਚਰਚਾ ਹੋਈ ਹੈ, ਕਈ ਜਗ੍ਹਾ ਦੇ ਉੱਤੇ ਗੋਸ਼ਟੀ ਹੋਈ ਹੈ, ਜੋ ਜਪਜੀ ਸਾਹਿਬ ਦੀਆਂ ਵੀ ਕਈ ਪੌੜੀਆਂ ਸਿੱਧਾਂ ਦੇ ਨਾਲ ਸਵਾਲ ਜਵਾਬ ਨੇ, ਸਤਿਗੁਰੂ ਨੇ ਜੋ ਉਹਨਾਂ ਨੂੰ ਮੁਖਾਤਬ ਹੋ ਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸੇ ਪ੍ਰਕਾਰ ਸਿੱਧ ਗੋਸ਼ਟ ਨਾਮੇ ਬਾਣੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਅਚਲ ਬਟਾਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਧਾਂ ਦੀ ਚਰਚਾ ਹੋਈ ਹੈ। ਇਸੇ ਤਰ੍ਹਾਂ ਫਿਰ ਜਾਏ ਚੜ੍ਹੇ ਸੁਮੇਰ ਪਰ ਸਿੱਧ ਮੰਡਲੀ ਇੱਕ ਨਜ਼ਰੀ ਆਈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਦੇ ਉੱਤੇ ਵੀ ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ। ਤੇ ਇਸੇ ਪ੍ਰਕਾਰ ਤੀਜੀ ਦਫਾ ਜਾਂ ਤੀਜੀ ਜਗ੍ਹਾ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੀਸਰੇ ਅਸਥਾਨ ਦੇ ਉੱਤੇ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋਈ ਹੈ, ਉਹ ਹੈ ਜੋ ਗੋਰਖ ਮਤ ਦੀ ਧਰਤੀ, ਜਿਸ ਨੂੰ ਪਹਿਲਾਂ ਕਿਹਾ ਜਾਂਦਾ ਸੀ, ਪਰ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਜੋ ਨਾਨਕ ਮਤਾ ਸਾਹਿਬ ਬਣ ਗਿਆ। ਸੋ ਇਹਨਾਂ 3 ਅਸਥਾਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਧਾਂ ਦੀ ਚਰਚਾ ਹੋਈ ਹੈ। ਸਿੱਧਾਂ ਦੇ ਨਾਲ ਜਿਸ ਵੇਲੇ ਵਿਚਾਰ ਚਰਚਾ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ, ਤਾਂ ਸਤਿਗੁਰੂ ਜੀ ਨੂੰ ਸਿੱਧਾਂ ਨੇ ਬਾਲਕ ਕਹਿ ਕੇ ਸੰਬੋਧਨ ਕੀਤਾ, ਕਿਉਂਕਿ ਸਿੱਧਾਂ ਨੂੰ ਆਪਣੀਆਂ ਵੱਡੀਆਂ ਉਮਰਾਂ, ਲੰਮੀਆਂ ਉਮਰਾਂ ਹੋਣ ਦਾ ਬਹੁਤ ਮਾਣ ਸੀ
ਕਿ ਅਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਹਾਂ, ਇੰਨੇ ਇੰਨੇ ਲੰਬੇ ਵਰਿਆਂ ਦੀਆਂ ਸਾਡੀਆਂ ਸਮਾਧੀਆਂ ਲੱਗਦੀਆਂ ਤੇ ਇਸ ਕਰਕੇ ਦੁਨਿਆਵੀ ਲੋਕ ਆ ਜਿਹੜੇ ਉਹ ਸਾਡੇ ਵਾਸਤੇ ਬੱਚੇ ਆ, ਬਾਲਕ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਉਹਨਾਂ ਨੇ ਸ਼ੁਰੂ ਦੇ ਵਿੱਚ ਜਾਣਿਆ ਨਾ, ਸਮਝਿਆ ਨਾ, ਉਹਨਾਂ ਨੂੰ ਆਮ ਮਨੁੱਖ ਸਮਝਿਆ ਤੇ ਇੱਦਾਂ ਦੇ ਸਵਾਲ ਕੀਤੇ ਕਿ ਤੁਸੀਂ ਏਡੀ ਦੂਰ ਕਿਵੇਂ ਪਹੁੰਚ ਗਏ ਹੋ, ਤੁਹਾਡੀ ਪਹੁੰਚ ਕਿਵੇਂ ਹੋਈ। ਸੋ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਉਹਨਾਂ ਨੇ ਤੇ ਆਪਣੀਆਂ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਦੇ ਨਾਲ ਉਹਨਾਂ ਨੇ ਸਤਿਗੁਰੂ ਜੀ ਨੂੰ ਆਪਣੇ ਵੱਸ ਦੇ ਵਿੱਚ ਕਰਨ ਦਾ ਵੀ ਯਤਨ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੜਾ ਸਿੱਧ ਪੁਰਖ ਹੈ, ਨਾਨਕ ਤਪਾ ਨਾਨਕ ਨਿਰੰਕਾਰੀ, ਤਾਂ ਉਹਨਾਂ ਨੇ ਮਤਾ ਪਕਾਇਆ, ਆਪਸ ਵਿੱਚ ਮਸਲਤ ਕੀਤੀ, ਸਲਾਹ ਮਸ਼ਵਰਾ ਕੀਤਾ ਕਿ ਐਸਾ ਜੋਗੀ ਕਲੀ ਮਾਹੇ ਹਮਰੋ ਪੰਥ ਕਰੈ ਉਜਿਆਲਾ, ਸਿੱਧੀ ਮਨੋ ਵਿਚਾਰਿਆ ਕਿਉ ਦਰਸ਼ਨ ਇਹੋ ਲੇਵੈ ਬਾਲਾ। ਮਨਾਂ ਦੇ ਵਿੱਚ ਵਿਚਾਰ ਕੀਤੀ ਕਿ ਇਹ ਬਾਲਾ, ਇਹ ਬਾਲਕ ਸਾਡੇ ਦਰਸ਼ਨ ਨੂੰ, ਸਾਡੇ ਪੰਥ ਨੂੰ ਕਿਵੇਂ ਧਾਰਨ ਕਰੇ, ਸਾਡਾ ਅਨੁਯਾਈ, ਸਾਡਾ ਚੇਲਾ ਕਿਵੇਂ ਬਣੇ। ਤੇ ਜੇਕਰ ਬਣ ਜਾਵੇ ਨਾ, ਕਹਿੰਦੇ ਐਸਾ ਇਹ ਸਿੱਧ ਪੁਰਸ਼ ਹੈ, ਐਸਾ ਰੌਸ਼ਨ ਦਿਮਾਗ ਹੈ ਨਾਨਕ ਨਿਰੰਕਾਰੀ ਜਾਂ ਨਾਨਕ ਤਪਾ ਕਿ ਸਾਡੇ ਪੰਥ ਨੂੰ ਉਜਲਿਆ ਕਰ ਦੇਵੇਗਾ, ਸਾਡੇ ਪੰਥ ਦਾ ਬਹੁਤ ਭਾਰੀ ਪ੍ਰਚਾਰ ਪ੍ਰਸਾਰ ਕਰ ਦੇਵੇਗਾ, ਕਿਉਂਕਿ ਇਹਦੇ ਵਿੱਚ ਕਾਬਲੀਅਤ ਹੈ ਆਪਣੀ ਗੱਲ ਕਹਿਣ ਦੀ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਵੱਸ ਕੋਈ ਨਾ ਇਹਨਾਂ ਸਿੱਧਾਂ ਦਾ ਚੱਲਿਆ ਤਾਂ ਇਹਨਾਂ ਨੇ ਆਖਿਆ, ਮਹਾਰਾਜ ਇਸ ਤਰ੍ਹਾਂ ਕਰਦੇ ਹਾਂ ਆਪਾਂ ਕਿ ਅਸੀਂ ਆਪਣੀਆਂ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਦੇ ਨਾਲ ਅਲੋਪ ਹੋਵਾਂਗੇ ਤੇ ਤੁਸੀਂ ਸਾਨੂੰ ਲੱਭਣਾ। ਜੇਕਰ ਤੁਸੀਂ ਸਾਨੂੰ ਲੱਭ ਲਿਆ ਤਾਂ ਅਸੀਂ ਤੁਹਾਡੇ ਚੇਲੇ ਬਣ ਜਾਵਾਂਗੇ, ਜੇਕਰ ਤੁਸੀਂ ਸਾਨੂੰ ਨਾ ਲੱਭ ਸਕੇ ਤਾਂ ਤੁਹਾਨੂੰ ਸਾਡਾ ਪੰਥ ਇਹ ਧਾਰਨ ਕਰਨਾ ਪਵੇਗਾ, ਸਾਡੇ ਦਰਸ਼ਨ ਦੇ ਵਿੱਚ, ਸਾਡੇ ਯੋਗ ਮਤ ਵਿੱਚ ਤੁਹਾਨੂੰ ਆਉਣਾ ਪਵੇਗਾ। ਤੇ ਸਤਿਗੁਰੂ ਨੇ ਆਖਿਆ, ਭਾਈ ਤੇ ਫਿਰ ਮੇਰੀ ਵੀ ਇੱਕ ਸ਼ਰਤ ਹੈ, ਮੈਂ ਵੀ ਅਲੋਪ ਹੋਵਾਂਗਾ। ਜੇਕਰ ਤੁਸੀਂ ਮੈਨੂੰ ਲੱਭ ਲਿਆ ਤਾਂ ਮੈਂ ਤੁਹਾਡੀ ਗੱਲ ਮੰਨ ਲਵਾਂਗਾ, ਤੇ ਜੇਕਰ ਤੁਸੀਂ ਲੱਭ ਨਾ ਸਕੇ ਤਾਂ ਫਿਰ ਤੁਹਾਨੂੰ ਹਾਰ ਮੰਨਣੀ ਪਏਗੀ। ਸੋ ਜਦੋਂ ਸਿੱਧਾਂ ਨੇ ਕਿਹਾ ਜੀ 7 ਵਚਨ ਠੀਕ ਹੈ, ਤਾਂ ਉਸ ਵੇਲੇ ਇਹ ਸਿੱਧ ਆਪੋ ਆਪਣੀਆਂ ਸ਼ਕਤੀਆਂ ਦੇ ਦੁਆਰਾ ਕੋਈ ਪਤਾਲ ਵਿੱਚ ਲੁਕ ਗਿਆ ਜਾ ਕੇ, ਕੋਈ ਆਕਾਸ਼ ਲੋਕ ਦੇ ਵਿੱਚ ਪਹੁੰਚ ਗਿਆ, ਕੋਈ ਪਹਾੜਾਂ ਦੀਆਂ ਕੰਦਰਾਂ ਵਿੱਚ, ਕੋਈ ਉੱਚੀਆਂ ਬਰਫੀਲੀਆਂ ਪਹਾੜੀਆਂ 'ਤੇ ਜਾ ਕੇ ਲੁਕ ਗਿਆ, ਕੋਈ ਗੁਫਾਵਾਂ ਦੇ ਵਿੱਚ ਲੁਕ ਗਿਆ, ਕੋਈ ਜੰਗਲਾਂ ਦੇ ਵਿੱਚ ਚਲਿਆ ਗਿਆ। ਇਸ ਪ੍ਰਕਾਰ ਵੱਖ-ਵੱਖ ਜਗ੍ਹਾ 'ਤੇ ਬਹੁਤ ਦੂਰ ਦਰਾਡੇ ਲੁਕ ਗਏ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਹੈ, ਆਪ ਅਕਾਲ ਪੁਰਖ ਵਾਹਿਗੁਰੂ ਨੇ ਨਾਨਕ ਰੂਪ ਹੋ ਕੇ ਦੁਨੀਆ ਦੇ ਵਿੱਚ ਅਵਤਾਰ ਧਾਰਨ ਕੀਤਾ ਜਗਤ ਜਲੰਦੇ ਨੂੰ ਤਾਰਨ ਦੇ ਲਈ। ਖਹਿ ਖਹਿ ਕੇ ਮਰਦੀ ਹੋਈ ਲੋਕਾਈ ਨੂੰ ਤਾਰਨ ਦੇ ਲਈ, ਸੱਚ ਧਰਮ ਦਾ ਉਪਦੇਸ਼ ਦੇਣ ਦੇ ਲਈ ਜੋ ਨਿਰੰਕਾਰ ਸਰੂਪ ਵਾਹਿਗੁਰੂ ਆਪ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਵਿੱਚ ਆਏ ਹੈ। ਤੇ ਤਿੰਨੇ ਲੋਕ ਜਿਨ੍ਹਾਂ ਦੇ ਸਾਧ ਸੰਗਤ ਜੀ ਹਸਤਾ ਅਮਲ ਦੀ ਤਰ੍ਹਾਂ ਨੇ। ਹਸਤਾ ਅਮਲ, ਹਸਤਾ ਅਮਲ ਕਹਿੰਦੇ ਜਿਵੇਂ ਹਥੇਲੀ ਦੇ ਉੱਤੇ ਔਲਾ ਰੱਖਿਆ ਹੋਵੇ ਤੇ ਉਹਨੂੰ ਜਿਹੜਾ ਹਥੇਲੀ 'ਤੇ ਜਿਹਨੇ ਰੱਖਿਆ ਹੋਇਆ ਉਹ ਆਸੇ ਪਾਸੋਂ ਕਿਸੇ ਪਾਸੋਂ ਵੀ ਦੇਖ ਸਕਦਾ ਹੈ। ਇਸੇ ਤਰ੍ਹਾਂ ਸਮੁੱਚੀ ਕਾਇਨਾਤ, ਸਮੁੱਚੇ ਖੰਡ ਬ੍ਰਹਿਮੰਡ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜੇ ਹੈ, ਉਹਨਾਂ ਵਾਸਤੇ ਤਾਂ ਹੱਥ ਉੱਤੇ ਰੱਖੇ ਹੋਏ ਔਲੇ ਦੀ ਤਰ੍ਹਾਂ ਹੈ, ਉਹਨਾਂ ਤੋਂ ਕੀ ਛੁਪਿਆ ਹੋਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸਿੱਧ ਲੁਕ ਗਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਤੋਂ ਅਨੇਕਾਂ ਰੂਪ ਬਣਾਏ, ਕਿਉਂਕਿ ਪੜ੍ਹਦੇ ਆ ਨਾ ਜਾਪ ਸਾਹਿਬ ਦੇ ਵਿੱਚ ਅਨੇਕ ਹੈ ਫਿਰ ਏਕ ਹੈ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਹ ਸ਼ਕਤੀ ਹੈ ਕਿ ਉਹ ਇੱਕ ਤੋਂ ਅਨੇਕਾਂ ਰੂਪ ਵੀ ਹੋ ਸਕਦਾ ਹੈ ਤੇ ਅਨੇਕਾਂ ਤੋਂ ਇੱਕ ਵੀ ਬਣ ਸਕਦਾ ਹੈ। ਅਨੇਕਾਂ ਰੂਪ ਬਣਾ ਲਏ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਕੁਦਰਤ ਦੇ ਵਿੱਚ ਅਨੇਕਾਂ ਰੂਪ ਬਣਾ ਲਏ ਤੇ ਜਿੱਥੇ ਜਿੱਥੇ ਜਿਹੜਾ ਜਿਹੜਾ ਸਿੱਧ ਲੁਕਿਆ ਹੋਇਆ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨੂੰ ਲਿਆ ਕੇ ਫੜ ਕੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰਤਾ, ਫੜ ਕੇ ਕੰਨੋਂ। ਇੱਕ ਸਿੱਧ ਨੂੰ ਪਹਿਲਾਂ ਲਿਆਂਦਾ, ਗੋਰਖਨਾਥ ਨੂੰ ਲਿਆਂਦਾ, ਇਹਨਾਂ ਦੇ ਗੁਰੂ ਨੂੰ ਲਿਆ ਕੇ ਧੌਣੋਂ ਫੜ ਕੇ ਬਿਠਾ ਦਿੱਤਾ। ਉਹ ਦੂਜੇ ਨੇ ਦੇਖਦਾ ਕਿ ਸ਼ਾਇਦ ਮੈਨੂੰ ਤਾਂ ਲੈ ਆਂਦਾ ਦੂਜੇ ਸਿੱਧ, ਉਹ ਨਾ ਫੜੇ ਜਾ ਸਕਣ
ਤੇ ਫਿਰ ਕੀ ਵੇਖਦੇ ਆ, ਸਤਿਗੁਰੂ ਪਾਤਸ਼ਾਹ ਮਛੰਦਰ ਦਾਸ ਨੂੰ, ਮਛੰਦਰਨਾਥ ਨੂੰ ਕੰਨੋਂ ਫੜੀ ਆਉਂਦੇ ਆ, ਚਰਪਟਨਾਥ ਨੂੰ ਫੜੀ ਆਉਂਦੇ ਆ, ਲੋਹਾ ਰੀਪਾ ਨੂੰ ਫੜੀ ਆਉਂਦੇ ਆ। ਇੱਦਾਂ ਸਾਰੇ ਸਿੱਧਾਂ ਨੂੰ ਸਤਿਗੁਰੂ ਨੇ ਧੌਣੋਂ ਫੜ ਫੜ ਕੇ, ਕੰਨਾਂ ਤੋਂ ਫੜ ਕੇ ਲਿਆ ਕੇ ਇਹਨਾਂ ਨੂੰ ਇੱਕ ਜਗ੍ਹਾ ਇਕੱਤਰ ਕਰ ਦਿੱਤਾ। ਇਹ ਬੜੇ ਨਿੰਮੋ ਝੂਣੇ ਜੇ ਹੋਏ, ਬੜਾ ਇਹਨਾਂ ਨੇ ਅਫਸੋਸ ਜਿਹਾ ਕੀਤਾ, ਕਿਉਂਕਿ ਕੋਈ ਆਪਣੇ ਆਪ ਨੂੰ ਬਹੁਤ ਵੱਡਾ ਕਹਾਉਂਦਾ ਹੋਵੇ ਤੇ ਕੋਈ ਉਹਨੂੰ ਕੰਨੋਂ ਫੜ ਕੇ ਜਾਂ ਗਿੱਚੀ ਤੋਂ ਫੜ ਕੇ, ਧੌਣੋਂ ਫੜ ਕੇ ਲਿਆ ਕੇ ਬਿਠਾ ਦੇਵੇ ਤੇ ਆਪਣੀ ਹੇਠੀ ਤਾਂ ਸਮਝੇਗਾ ਹੀ ਨਾ, ਆਪਣਾ ਅਪਮਾਨ ਤਾਂ ਮੰਨੇਗਾ ਹੀ। ਇਹ ਨਿੰਮੋ ਝੂਣੇ ਜੇ ਹੋਏ ਬੈਠੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਚਲੋ ਕੋਈ ਨਹੀਂ, ਤੁਹਾਡੀ ਵਾਰੀ ਸੀ ਲੁਕਣ ਦੀ ਤੇ ਮੇਰੀ ਤੁਹਾਨੂੰ ਲੱਭਣ ਦੀ, ਮੈਂ ਲੱਭ ਲਿਆ। ਸਤਿਗੁਰ ਕਹਿੰਦੇ ਹੁਣ ਮੈਂ ਛੁਪਾਂਗਾ ਤੇ ਤੁਸੀਂ ਮੈਨੂੰ ਲੱਭਣਾ। ਇਹ ਕਹਿੰਦੇ ਠੀਕ ਹੈ ਜੀ। ਕਹਿੰਦੇ ਹਾਲੇ ਵੀ ਬਾਜੀ ਸਾਡੇ ਹੱਕ ਵਿੱਚ ਆ ਸਕਦੀ ਹੈ। ਇਹਨਾਂ ਨੇ ਇਹ ਵਿਚਾਰ ਕੇ ਕਹਿੰਦੇ ਠੀਕ ਹੈ ਜੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਲੋਪ ਹੋਣ ਲੱਗੇ ਤਾਂ ਕਹਿੰਦੇ ਸਿੱਧੋ ਗੱਲ ਸੁਣੋ, ਇੱਕ ਵਚਨ ਮੰਨੋਗੇ। ਕਹਿੰਦੇ ਜੇ ਤੁਸੀਂ ਮੈਨੂੰ ਨਾ ਲੱਭ ਸਕੇ, ਕਹਿੰਦੇ ਜੀ ਇਹ ਕਿਹੜੀ ਗੱਲ ਹੈ, ਅਸੀਂ ਤਰਲੋਕਦਰਸ਼ੀ, ਅਸੀਂ ਲੱਭ ਲਵਾਂਗੇ ਤੁਹਾਨੂੰ, ਕਿੱਥੇ ਲੁਕ ਜਾਓਗੇ। ਮਹਾਰਾਜ ਕਹਿੰਦੇ ਮੰਨ ਲਓ ਜੇ ਤੁਸੀਂ ਮੈਨੂੰ ਨਾ ਲੱਭ ਸਕੇ ਤਾਂ ਤਰੀਕਾ ਮੈਨੂੰ ਲੱਭਣ ਦਾ ਇੱਕ ਹੈ ਕਿ ਭਾਈ ਬਾਲੇ ਦੇ ਅੱਗੇ ਇੱਕ ਟਕਾ ਰੱਖ ਕੇ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੇ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਿਓ ਤੇ ਫਿਰ ਮੈਂ ਪ੍ਰਗਟ ਹੋ ਜਾਵਾਂਗਾ। ਕਹਿੰਦੇ ਠੀਕ ਹੈ ਜੀ। ਕਹਿੰਦੇ ਜੀ ਇੰਨੀ ਜਿਹੜੀ ਗੱਲ ਇੱਥੋਂ ਤੱਕ ਜਾਣੀ ਨਹੀਂ, ਅਸੀਂ ਲੱਭ ਲੈਣਾ ਤੁਹਾਨੂੰ। ਸਤਿਗੁਰੂ ਜੀ ਕਹਿੰਦੇ ਕਰ ਲਓ ਕੋਸ਼ਿਸ਼, ਕੋਈ ਗੱਲ ਨਹੀਂ। ਤਾਂ ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਵੇਂ ਗੁਰਬਾਣੀ ਦਾ ਵਾਕ ਆ ਨਾ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿੱਚ ਜਾ ਕੇ ਮੁੜ ਜੋਤ ਰਲਾ ਦਿੱਤੀ। ਜਿਹੜਾ ਸਰੀਰ ਹੈ 5 ਤੱਤਾਂ ਦਾ ਹੁੰਦਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, 5 ਤੱਤ ਕੋ ਤਨ ਰਚਿਓ ਜਨੋ ਚਤੁਰ ਸੁਜਾਨ। ਸਤਿਗੁਰੂ ਨੇ ਜਿਹੜਾ 5 ਤੱਤਾਂ ਦਾ ਸਰੀਰ ਸੀ ਨਾ, ਉਹਨੂੰ ਡਿਵਾਈਡ ਕਰ ਦਿੱਤਾ, ਵੰਡ ਦਿੱਤਾ। ਜਿਹੜਾ ਤੱਤ ਸੀ ਉਹ ਉਸੇ ਤੱਤ ਦੇ ਵਿੱਚ ਮਿਲਾ ਦਿੱਤਾ। ਆਕਾਸ਼ ਵਾਲਾ ਭਾਗ ਆਕਾਸ਼ ਵਿੱਚ ਮਿਲਾਤਾ, ਹਵਾ ਵਾਲਾ ਹਵਾ ਵਿੱਚ ਮਿਲਾਤਾ, ਅਗਨੀ ਵਾਲਾ ਅਗਨੀ ਵਿੱਚ ਮਿਲਾਤਾ, ਧਰਤੀ ਵਾਲਾ ਧਰਤੀ ਵਿੱਚ ਮਿਲਾ ਦਿੱਤਾ, ਪਾਣੀ ਵਾਲਾ ਪਾਣੀ ਵਿੱਚ ਮਿਲਾ ਦਿੱਤਾ। ਇਉਂ 5 ਤੱਤ 5 ਤੱਤਾਂ ਵਿੱਚ ਮਿਲਾ ਲਏ। ਸਿੱਧ ਜੋਗੀ ਨਾਥ ਜਿਹੜੇ ਆਪਣੇ ਆਪ ਨੂੰ ਸਾਧਕ ਸਿੱਧ ਗੁਰੂ ਬਹੁ ਚੇਲੇ ਇਹ ਕਹਾਉਂਦੇ ਸਨ ਨਾ, ਇਹ ਮਰ ਗਏ, ਖੱਪ ਗਏ, ਲੱਭਦੇ ਲੱਭਦੇ ਹਾਰ ਹੰਭ ਕੇ ਆ ਕੇ ਭਾਈ ਬਾਲਾ ਜੀ ਦੇ ਕੋਲ ਆ ਗਏ। ਕਹਿੰਦੇ ਜੀ ਨਹੀਂ, ਸਾਨੂੰ ਨਹੀਂ ਨਿਰੰਕਾਰੀ ਤਾਪਾ ਲੱਭਿਆ, ਸਾਨੂੰ ਨਾਨਕ ਨਿਰੰਕਾਰੀ ਨਹੀਂ ਲੱਭਿਆ। ਹੁਣ ਭਾਈ ਬਾਲਾ ਜਿਵੇਂ ਸਤਿਗੁਰੂ ਨਾਨਕ ਜੀ ਕਹਿ ਕੇ ਗਏ ਸਨ ਨਾ, ਉਸੇ ਪ੍ਰਕਾਰ ਅਰਦਾਸ ਕਰਦੇ। ਇੱਕ ਟਕਾ ਇਹਨਾਂ ਨੇ ਰੱਖਿਆ ਸਤਿਗੁਰੂ ਜੀ ਦੇ ਚਰਨਾਂ ਵਿੱਚ। ਜਿਸ ਵੇਲੇ ਕੀਤੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰ ਕੇ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਪ੍ਰਗਟ ਹੋ ਗਏ। ਕਹਿੰਦੇ ਕਿਉਂ ਸਿੱਧੋ, ਤੁਹਾਨੂੰ ਕਿਹਾ ਸੀ ਨਾ। ਕਹਿੰਦੇ ਮਹਾਰਾਜ ਤੁਸੀਂ ਕਿੱਥੇ ਚਲੇ ਗਏ ਸੀ? ਬਸ ਮਹਾਰਾਜ ਕਹਿੰਦੇ ਜਿੱਥੇ ਜਾਣਾ ਸੀ ਚਲੇ ਗਏ, ਤੁਸੀਂ ਨਹੀਂ ਲੱਭ ਸਕੇ। ਤਾਂ ਫਿਰ ਇਸ ਵੇਲੇ ਇਹ ਸਤਿਗੁਰੂ ਜੀ ਦੀ ਸ਼ਰਨੀ ਪਏ ਸਿੱਧ। ਕਹਿਣ ਲੱਗੇ ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ੋ ਅਕਾਲ ਪੁਰਖ ਵਾਹਿਗੁਰੂ ਦਾ, ਜਿਸ ਵਾਹਿਗੁਰੂ ਨੇ ਤੁਹਾਨੂੰ ਇੰਨੀ ਸਮਰੱਥਾ ਬਖਸ਼ੀ ਹੈ, ਤਾਂ ਉਹ ਵਾਹਿਗੁਰੂ ਦਾ ਨਾਮ ਸਾਨੂੰ ਵੀ ਬਖਸ਼ਿਸ਼ ਕਰ ਦਿਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਦੇ ਵਿੱਚ ਸਿੱਧ ਗੋਸ਼ਟ ਦੇ ਵਿੱਚ ਫਰਮਾਨ ਹੈ, ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫਰਮਾਨੈ। ਇਹ ਜਿਹੜੇ ਸਾਧਕ ਸਿੱਧ ਸਨ, ਗੁਰੂ ਚੇਲੇ ਸਨ ਸਾਰੇ, ਇਹ ਲੱਭਦੇ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ। ਤੇ ਆ ਕੇ ਸਤਿਗੁਰੂ ਜੀ ਤੋਂ ਬਚਨ ਮੰਗਣ ਲੱਗੇ, ਨਾਮ ਦੀ ਦਾਤ ਮੰਗਣ ਲੱਗੇ। ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫਰਮਾਣੇ, ਮੰਗੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਨੈ। ਸਿੱਧ ਗੋਸ਼ਟ ਦੇ ਵਿੱਚ ਇਹ ਬਚਨ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ, ਆ ਜਿਹੜੇ ਸਿੱਧ ਸਾਧਕ ਗੁਰੂ ਚੇਲੇ ਆ ਨਾ ਸਾਰੇ, ਇਹ ਤੁਹਾਡੇ ਦਰ ਦੇ ਭਿਖਾਰੀ ਬਣ ਕੇ ਹੁਣ ਨਾਮ ਦੀ ਦਾਤ ਮੰਗਦੇ ਆ। ਇਹਨਾਂ ਦੇ ਉੱਤੇ ਵੀ ਕਿਰਪਾ ਕਰ ਦਿਓ, ਸਾਸ ਗਰਾਸ ਇਹਨਾਂ ਦਾ ਵੀ ਨਾਮ ਚੱਲ ਪਵੇ। ਉਸ ਵੇਲੇ ਕਹਿੰਦੇ ਆਕਾਸ਼ ਦੇ ਵਿੱਚੋਂ ਆਕਾਸ਼ਬਾਣੀ ਹੋਈ, ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤੇ, ਹੇ ਨਾਨਕ ਨਿਰੰਕਾਰੀ, ਇਹਨਾਂ ਨੂੰ ਤਾਂ ਜੋ ਤੂੰ ਕਹੇਂਗਾ ਅਸੀਂ ਦੇ ਦੇਵਾਂਗੇ, ਪਰ ਤੂੰ ਵੀ ਕੁਝ ਮੰਗ ਲੈ, ਤੇਰੀ ਕੋਈ ਮੰਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਦਰਸ਼ਨ ਕਉ ਕੁਰਬਾਨ ਹੈ। ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਆਪਣਾ ਦਰਸ਼ਨ ਦੀਦਾਰ ਬਖਸ਼ਦੇ ਰਿਹਾ ਕਰੋ, ਤੇ ਤੇਰੇ ਦਰਸ਼ਨਾਂ ਤੋਂ ਮੈਂ ਕੁਰਬਾਨ ਜਾਂਦਾ ਰਹਾ, ਬਲਹਾਰ ਜਾਂਦਾ ਰਹਾ। ਇਸ ਪ੍ਰਕਾਰ ਸਿੱਧਾਂ ਨੇ ਵੀ ਅਰਦਾਸ ਕੀਤੀ ਸੀ। ਸੋ ਇਹ ਅਰਦਾਸਾਂ ਦਾ ਸਿਲਸਿਲਾ ਨਾ ਜਿਹੜਾ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਲੇ ਤੋਂ ਹੀ ਚੱਲਿਆ ਤੇ ਰਹਿੰਦੀ ਦੁਨੀਆ ਤੱਕ ਚੱਲਦਾ ਰਹਿਣਾ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਗੁਰੂ ਅਤੇ ਸਿੱਖ ਦੇ ਵਿੱਚ ਮਿਲਾਪ ਦਾ ਜੇ ਕੋਈ ਵਿਚਕਾਰਲਾ ਸਾਧਨ ਹੈ ਤੇ ਉਹ ਹੈ ਅਰਦਾਸ।
ਅਰਦਾਸ ਤੋਂ ਬਿਨਾਂ ਹੋਰ ਕੋਈ ਗੁਰੂ ਤੇ ਸਿੱਖ ਦਾ ਸੰਬੰਧ ਨਹੀਂ ਹੈ। ਗੁਰੂ ਤੇ ਸਿੱਖ ਦਾ ਸੰਬੰਧ ਜੋੜਨ ਵਾਲਾ, ਲਿੰਕਡ ਕਰਨ ਵਾਲਾ ਇਹ ਇੱਕੋ ਇੱਕ ਸਾਧਨ, ਪ੍ਰਮੁੱਖ ਸਾਧਨ ਅਰਦਾਸ ਹੈ। ਸੋ ਅਰਦਾਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਿਮਾਣੇ ਨਿਤਾਣੇ ਹੋ ਕੇ ਕਰਨੀ। ਔਰ ਕਿਹੜੇ ਕਿਹੜੇ ਕਾਰਜਾਂ ਵਾਸਤੇ ਅਰਦਾਸ ਕਰਨੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ 54 ਨੰਬਰ ਅਰਦਾਸ ਇਹ ਕਰਨੀ ਹੈ। ਬਿਸ਼ੰਬਰ ਦਾਸਾ ਆਸੁਨੀ ਕੁਮਾਰ ਹਿਰਦਾ ਸੁਖਸਾਰ। ਆਸੁਨੀ ਨਾਮ ਹੈ ਘੋੜੀ ਦੇ ਵਿਸ਼ੇਰੇ ਦਾ, ਕਿਉਂਕਿ ਅਸਵ ਨਾਮ ਘੋੜੇ ਦਾ ਹੁੰਦਾ ਹੈ, ਅਤੇ ਅਸਵਨੀ ਕੁਮਾਰ ਘੋੜੀ ਦਾ ਬੱਚਾ। ਨਿਹੰਗ ਸਿੰਘਾਂ ਦਾ ਬੋਲਾ ਹੈ, ਉਹ ਘੋੜੇ ਨੂੰ ਅਸਵਨੀ ਕੁਮਾਰ ਕਹਿੰਦੇ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸਵਨੀ ਕੁਮਾਰ ਤੂੰ ਕੋਈ ਜਦੋਂ ਘੋੜੀ ਜਿਹੜੀ ਖਰੀਦੀ ਹੈ ਤੇਰੀ, ਉਹ ਘੋੜੀ ਨੇ ਜਿਹੜਾ ਵਿਸ਼ੇਰਾ ਦਿੱਤਾ ਉਹਦੀ ਸਿਹਤਯਾਬੀ ਵਾਸਤੇ, ਉਹਦੇ ਵਾਸਤੇ ਵੀ ਗੁਰੂ ਕੇ ਸਿੱਖਾ ਤੂੰ ਅਰਦਾਸ ਕਰੀ ਕਿ ਇਹ ਘੋੜੀ ਦਾ ਵਿਸ਼ੇਰਾ ਜਿਹੜਾ ਮੈਨੂੰ ਸੁੱਖ ਦੇਣ ਵਾਲਾ ਹੋਵੇ ਮੇਰੇ ਹਿਰਦੇ ਨੂੰ, ਤੇ ਸਾਰ ਇਹ ਸ੍ਰੇਸ਼ਟ ਕਿਸਮ ਦਾ ਘੋੜਾ ਬਣੇ। 55 ਵਿਆਹ ਦੀ ਕਿਰਤ ਮੈਂ ਰੰਗ ਤਵ ਕਿਰਪਾਲ ਸਿੱਖ ਕੋ ਨਿਹਾਲ। ਸਤਿਗੁਰੂ ਜੀ ਕਹਿੰਦੇ ਜਦੋਂ ਵਿਆਹ ਦੀ ਕਿਰਤ ਹੋਵੇ, ਵਿਆਹ ਦਾ ਕੰਮਕਾਜ ਆਰੰਭ ਲਿਆ ਜਾਵੇ, ਵਿਆਹ ਦਾ ਕਾਰਜ ਆਰੰਭ ਲਿਆ ਜਾਵੇ, ਸਤਿਗੁਰੂ ਦੇ ਚਰਨਾਂ ਵਿੱਚ ਉਸ ਵੇਲੇ ਅਰਦਾਸ ਕਰ। ਆਰੰਭਤਾ ਵੇਲੇ ਕਿ ਤਵ ਕਿਰਪਾਲ, ਹੇ ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਦਾ ਸਦਕਾ ਮੈਂ ਇਹ ਵਿਆਹ ਕਾਰਜ ਆਪਣੇ ਬੱਚੇ ਬੱਚੀ ਦਾ ਆਰੰਭਿਆ ਹੈ, ਤੇ ਆਪ ਜੀ ਅੰਗ ਸੰਗ ਹੋ ਕੇ ਸਹਾਇਤਾ ਕਰੋ। ਸਿੱਖ ਕੋ ਨਿਹਾਲ, ਆਪਣੇ ਸਿੱਖਾਂ ਨੂੰ ਨਿਹਾਲੋ ਨਿਹਾਲ ਕਰੋ। 56 ਬੰਧਨ ਮੈਂ ਅੰਧਾ ਹੁਆ ਵਿਰੋਧ ਸਿੱਖ ਕੋ ਸੋਧ। ਕਹਿੰਦੇ ਜੇ ਕੋਈ ਤੁਹਾਡਾ ਮਿੱਤਰ ਪਿਆਰਾ ਜੋ ਜੇ ਕਿਸੇ ਸਿੱਖ ਨੂੰ ਕੋਈ ਫਸਾ ਦੇਵੇ, ਕਿਸੇ ਬੰਧਨ ਵਿੱਚ ਪਾ ਦੇਵੇ, ਕਿਸੇ ਕੈਦ ਵਿੱਚ ਕਰ ਦੇਵੇ, ਤਾਂ ਕਹਿੰਦੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀ ਕਿ ਸਾਡੇ ਵੈਰੀ ਨੇ, ਸਾਡੇ ਦੁਸ਼ਮਣ ਨੇ ਗੁੱਸੇ ਦੇ ਵਿੱਚ ਅੰਨੇ ਹੋ ਕੇ ਇੰਨਾ ਵਿਰੋਧ ਕੀਤਾ ਕਿ ਬੰਧਨਾਂ ਵਿੱਚ ਪਾ ਦਿੱਤਾ ਤੇਰੇ ਸਿੱਖ ਨੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਸਿੱਖ ਨੂੰ ਹੁਣ ਤੁਸੀਂ ਮੁਕਤੀ ਬਖਸ਼ੋ ਤੇ ਸੋਧ ਕਰ ਦਿਓ, ਸਵਾਰ ਦਿਓ। ਇਹ ਜਿਹੜਾ ਦੁਸ਼ਮਣ ਹੈ ਜਿਹਨੇ ਇਸ ਤਰ੍ਹਾਂ ਸਾਡਾ ਅੰਨੇ ਹੋ ਕੇ ਵਿਰੋਧ ਕੀਤਾ ਨਾ, ਉਹਦਾ ਸੋਧਾ ਲਾ ਦਿਓ। ਸੋਧਾ ਲਾਉਣਾ ਹੁੰਦਾ ਮੱਤ ਦੇ ਦੇਣੀ, ਅਕਲ ਟਿਕਾਣੇ ਲਿਆ ਦੇਣੀ। ਇਹ ਵੀ ਨਿਹੰਗ ਸਿੰਘਾਂ ਦਾ ਬੋਲਾ। ਉਹ ਜਦੋਂ ਕਿਸੇ ਨੂੰ ਚਾਟਾ ਛਕਾਉਂਦੇ ਆ ਨਾ, ਕਿਸੇ ਦੀ ਛਿੱਤਰ ਪਰੇਡ ਕਰਦੇ ਆ, ਤਾਂ ਉਸ ਵੇਲੇ ਕਿਹਾ ਜਾਂਦਾ ਹੈ ਕਿ ਫੌਜਾਂ ਨੇ ਸੋਧਾ ਲਾ ਦਿੱਤਾ। ਤੇ ਸਤਿਗੁਰੂ ਜੀ ਕਹਿੰਦੇ ਇਉਂ ਅਰਦਾਸ ਕਰਨੀ ਹੈ ਜਿਹਨੇ ਅੰਨਾ ਵਿਰੋਧ ਕਰਕੇ ਗੁੱਸੇ ਵਿੱਚ ਅੰਨਿਆ ਹੋ ਕੇ ਸਿੱਖ ਨੂੰ ਫਸਾ ਦਿੱਤਾ ਹੋਵੇ, ਬੰਧਨਾਂ ਵਿੱਚ ਪਾ ਦਿੱਤਾ ਹੋਵੇ, ਉਹਦੀ ਸੁਤੰਤਰਤਾ ਖਤਮ ਕਰ ਦਿੱਤੀ ਹੋਵੇ, ਤਾਂ ਕਹਿੰਦੇ ਇਉਂ ਅਰਦਾਸ ਕਰੇ ਸਤਿਗੁਰੂ ਦੇ ਚਰਨਾਂ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਦੁਸ਼ਮਣ ਨੂੰ ਸੋਧ ਦਿਓ ਤੇ ਬੰਧਨਾਂ ਤੋਂ ਸਿੱਖ ਨੂੰ ਮੁਕਤ ਕਰ ਦਿਓ। ਇਸੇ ਤਰ੍ਹਾਂ ਸਿੱਖ ਨੂੰ ਬੰਧਨਾਂ ਤੋਂ ਮੁਕਤ ਕਰ ਦਿਓ ਤੇ ਉਹਨੂੰ ਸੋਧ ਹੀ ਦਿਓ, ਬਸ ਪੱਕਾ ਹੀ ਉਹਦਾ ਕੰਮ ਹੀ ਖਤਮ ਕਰ ਦਿਓ ਦੁਸ਼ਮਣ ਦਾ। ਇਉਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਬੰਧਨਾਂ ਵਿੱਚ, ਕਿਉਂਕਿ ਸਤਿਗੁਰੂ ਜੀ ਬੰਧਨ ਕਾਟਨਹਾਰ ਸੁਆਮੀ ਨੇ। ਗਰੀਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਤੱਖ ਬੰਧਨਾਂ ਨੂੰ ਵੀ ਤੋੜਨ ਵਾਲੇ ਆ, ਕੈਦ ਤੋਂ ਮੁਕਤ ਕਰਨ ਵਾਲੇ ਆ। ਤੇ ਇਸੇ ਪ੍ਰਕਾਰ ਜਨਮ ਮਰਨ ਦੇ ਦੁੱਖਾਂ ਸੁੱਖਾਂ ਦੇ ਹਰ ਪ੍ਰਕਾਰ ਦੇ ਬੰਧਨਾਂ ਤੋਂ, ਮੋਹ ਮਾਇਆ ਦੇ ਬੰਧਨਾਂ ਤੋਂ ਸਤਿਗੁਰੂ ਜੀ ਆਪਣੇ ਸਿੱਖ ਨੂੰ ਮੁਕਤੀ ਬਖਸ਼ਿਸ਼ ਕਰਦੇ ਹੈ। ਜ਼ਾਹਰਾ ਤੌਰ ਤੇ ਵੇਖੀਏ ਤੇ ਇਤਿਹਾਸ ਦੇ ਵਿੱਚੋਂ ਬੜੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ। ਜਿਸ ਵੇਲੇ ਬਾਬਰ ਨੇ ਕੈਦ ਕੀਤਾ ਸਾਰੇ ਸਾਧੂ ਸੰਤਾਂ ਨੂੰ, ਤੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੈਦ ਕਰ ਲਿਆ, ਤੇ ਉਸ ਵੇਲੇ ਜਦੋਂ ਸਤਿਨਾਮ ਵਾਹਿਗੁਰੂ ਦਾ ਜਾਪ ਸਤਿਗੁਰੂ ਜੀ ਨੇ ਜਪਾਇਆ ਤੇ ਚੱਕੀਆਂ ਆਪ ਮੁਹਾਰੇ ਚੱਲਣ ਲੱਗ ਪਈਆਂ ਸਨ ਨਾ, ਬਾਬਰ ਚਰਨੀ ਪੈ ਗਿਆ ਸੀ। ਤੇ ਆਖਿਆ ਮਹਾਰਾਜ ਮੈਥੋਂ ਭੁੱਲ ਹੋ ਗਈ, ਮੈਂ ਤੁਹਾਨੂੰ ਗਲਤੀ ਨਾਲ ਫੜ ਲਿਆ। ਕਹਿੰਦੇ ਤੇਥੋਂ ਇੱਕ ਭੁੱਲ ਹੋਈ ਹੈ, ਸਾਰਿਆਂ ਨੂੰ ਛੱਡ ਦੇ। ਤਾਂ ਸਤਿਗੁਰੂ ਨੇ ਆਪਣੀ ਕਿਰਪਾ ਸਦਕਾ ਫਿਰ ਸਾਰਿਆਂ ਨੂੰ ਬੰਧਨ ਮੁਕਤ ਕਰਵਾ ਦਿੱਤਾ ਸੀ, ਕੈਦ ਵਿੱਚੋਂ ਛੁਡਾ ਦਿੱਤਾ ਸੀ। ਇਸੇ ਪ੍ਰਕਾਰ ਆਪਾਂ ਜੋ ਦੀਵਾਲੀ ਦਾ ਦਿਹਾੜਾ ਜਾਂ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਆ, ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ 52 ਜਿਹੜੇ ਰਾਜੇ ਸਨ ਜਹਾਂਗੀਰ ਦੀ ਕੈਦ ਦੇ ਵਿੱਚ, ਸੋ ਉਹਨਾਂ ਨੂੰ ਆਗਰੇ ਦੇ ਕਿਲੇ ਦੇ ਵਿੱਚੋਂ ਮੁਕਤ ਕਰਵਾਇਆ ਸੀ। ਆਪਣਾ 52 ਕਲੀਆ ਚੋਲਾ ਤੇ ਉਹਦੀ ਇੱਕ ਇੱਕ ਕਲੀ ਪਕੜਾ ਕੇ ਉਹਨਾਂ ਨੂੰ ਬੰਧਨ ਮੁਕਤ ਕਰਾਇਆ ਸੀ। ਤੇ ਇਸੇ ਪ੍ਰਕਾਰ
ਸਤਿਗੁਰੂ ਨੇ ਬੜੇ ਕੌਤਕ ਕੀਤੇ। ਪ੍ਰਤੱਖ ਰੂਪ ਦੇ ਵਿੱਚ ਜੇਲ੍ਹਾਂ ਵਿੱਚ ਬੈਠਿਆਂ ਨੂੰ ਅੱਜ ਵੀ ਸਤਿਗੁਰੂ ਜੀ ਰਿਹਾਈਆਂ ਬਖਸ਼ਦੇ ਆ। ਜਦੋਂ ਸਤਿਗੁਰੂ ਦੇ ਦਰ ਘਰ ਆ ਕੇ ਗੁਰੂ ਕਾ ਸਿੱਖ ਆਜਜ਼ੀ ਦੇ ਨਾਲ ਅਰਦਾਸ ਕਰ ਲੈਂਦਾ ਤੇ ਸਤਿਗੁਰੂ ਕਿਰਪਾ ਕਰਦੇ ਆ। ਸਰੀਰਕ ਰੂਪ ਦੇ ਵਿੱਚ ਹੁੰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜਿਆਂ ਨੂੰ ਬੰਧਨ ਮੁਕਤ ਕੀਤਾ। ਪਰ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 1708 ਈਸਵੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਗਏ, 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਪ੍ਰਕਰਮਾ ਕਰਕੇ ਹੁਕਮ ਕਰ ਦਿੱਤਾ, ਖਾਲਸਾ ਜੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਉਸ ਵੇਲੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਚਲੇ ਗਏ ਆ ਸੱਚਖੰਡ ਨੂੰ ਸਣਦੇ ਹੀ, ਤੇ ਗੁਰੂ ਪਿਆਰਿਓ ਸਤਿਗੁਰੂ ਜੀ ਨੂੰ ਸੱਚਖੰਡ ਗਿਆ ਹੋਇਆ 30 ਸਾਲਾਂ ਦਾ ਸਮਾਂ ਬਤੀਤ ਹੋ ਗਿਆ। 30 ਸਾਲਾਂ ਬਾਅਦ ਦੀ ਘਟਨਾ ਹੈ ਕਿ ਪੁੰਨੇ ਸਤਾਰੇ ਦੇ ਕਿਲੇ ਦੇ ਵਿੱਚ 2 ਰਾਜੇ ਮਰਹੱਟੇ, ਜਿਨ੍ਹਾਂ ਦੇ ਨਾਮ ਰੁਸਤਮ ਰਾਓ ਤੇ ਬਾਲਾ ਰਾਓ ਹੈ, ਦੋਵੇਂ ਭਰਾ। ਇਹਨਾਂ ਨੂੰ ਦੂਸਰੇ ਰਾਜੇ ਨੇ ਕਿਸੇ ਨੇ ਆਕਰਮਣ ਕਰਕੇ ਤੇ ਇਹਨਾਂ ਮਰਹੱਟੇ ਰਾਜਿਆਂ ਦਾ ਰਾਜ ਭਾਗ ਖੋਹ ਲਿਆ ਤੇ ਇਹਨਾਂ ਨੂੰ ਕੈਦ ਦੇ ਵਿੱਚ ਪੁੰਨੇ ਸਤਾਰੇ ਦੇ ਕਿਲੇ ਦੀ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ। ਤੇ ਇਹ ਗੱਲ ਮੰਨੀ ਜਾਂਦੀ ਸੀ ਕਿ ਜਿਹੜਾ ਬੰਦਾ ਪੁੰਨੇ ਸਤਾਰੇ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ, ਉਹਦੀਆਂ ਮਰੇ ਹੋਏ ਦੀਆਂ ਹੱਡੀਆਂ ਹੀ ਬਾਹਰ ਆਉਂਦੀਆਂ ਸਨ, ਜਿਉਂਦੇ ਜੀ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਸੀ ਕੀਤਾ ਜਾਂਦਾ, ਕੱਢਿਆ ਨਹੀਂ ਸੀ ਜਾਂਦਾ ਜੇਲ੍ਹ ਵਿੱਚੋਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ 30 ਸਾਲ ਬਤੀਤ ਹੋ ਗਏ, ਐਸਾ ਇੱਕ ਵਰਤਾਰਾ ਵਰਤਾਇਆ ਜਿਸ ਜੇਲ੍ਹ ਦੇ ਵਿੱਚ ਇਹ ਰਾਜੇ ਕੈਦ ਹੈ, ਤੇ ਉਸ ਜੇਲ੍ਹ ਖਾਨੇ ਦੇ ਦਰਵਾਜ਼ੇ ਦੇ ਉੱਤੇ ਜਿਹੜੀ ਡਿਊਟੀ ਲੱਗੀ ਹੋਈ ਆ ਉਹ ਇੱਕ ਗੁਰੂ ਕੇ ਸਿੱਖ ਦੀ ਲੱਗੀ ਹੋਈ ਹੈ, ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਸ਼ਰਨ ਸਿੰਘ ਕਰਕੇ ਆਇਆ ਹੈ। ਇਹ ਸ਼ਰਨ ਸਿੰਘ ਬੜਾ ਸ਼ਰਧਾ ਭਾਵਨਾ ਵਾਲਾ ਗੁਰੂ ਕਾ ਸਿੱਖ ਹੈ। 8 ਪਹਿਰ ਗੁਰਬਾਣੀ ਦਾ ਜਾਪ ਇਹਦੀ ਰਸਨਾ ਤੇ ਚੱਲਦਾ, ਵਾਹਿਗੁਰੂ 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 ਦਾ ਉਚਾਰਨ ਚੱਲਦਾ ਹੈ, ਮੂਲ ਮੰਤਰ ਚੱਲਦਾ ਰਹਿੰਦਾ ਹੈ, ਸੁਖਮਨੀ ਸਾਹਿਬ ਦੇ ਪਾਠ ਚੱਲਦੇ ਰਹਿੰਦੇ ਹੈ। ਤੇ ਆਉਂ ਇਹ ਗੁਰਬਾਣੀ ਦਾ ਨਿਤਨੇਮ ਕਰਕੇ ਫਿਰ ਅਰਦਾਸ ਕਰਦਾ, ਗੁਰਬਾਣੀ ਦਾ ਪਾਠ ਕਰਕੇ ਰੋਜ਼ਾਨਾ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ। ਤੇ ਇਹ ਮਰਹੱਟੇ ਰਾਜੇ ਰੋਜ਼ ਵੇਖਦੇ ਆ ਕਿ ਇਹ ਗੁਰੂ ਕਾ ਸਿੱਖ ਕਿਹੜੀ ਕਲਾਮ ਪੜ੍ਹਦਾ ਹੈ, ਇਹ ਕਿਹੜਾ ਮੰਤਰ ਪੜ੍ਹਦਾ ਹੈ। ਸੋ ਉਹਨਾਂ ਨੇ ਇਹਨੂੰ ਪੁੱਛਿਆ ਗੁਰੂ ਕੇ ਸਿੱਖ ਨੂੰ ਕਿ ਭਾਈ ਤੂੰ ਕਿਹੜਾ ਮੰਤਰ ਪੜ੍ਹਦਾ ਹੈ, ਕਿਉਂਕਿ ਰੋਜ਼ਾਨਾ ਪੜ੍ਹਦਾ ਸੀ। ਹੌਲੀ ਹੌਲੀ ਇਹਨਾਂ ਨੂੰ ਸਮਝ ਆਉਣ ਲੱਗ ਪਈ, ਗੱਲਬਾਤ ਕਰਦੇ ਹੀ ਹੋਣੇ ਆ ਗੁਰੂ ਕੇ ਸਿੱਖ ਦੇ ਨਾਲ। ਗੁਰੂ ਕਾ ਸਿੱਖ ਅਰਦਾਸ ਕਰਿਆ ਕਰੇ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੈ ਧਾਏ, 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ। ਜਦੋਂ ਇਹਨਾਂ ਨੇ ਇਹ ਗੱਲ ਨੂੰ ਸਮਝਿਆ ਕਿ ਗੁਰੂ ਕਾ ਸਿੱਖ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸਤਿਗੁਰੂ ਜੀ ਮੇਰੀ ਸਭ ਜਗ੍ਹਾ ਦੇ ਉੱਤੇ ਸਹਾਇਤਾ ਕਰੋ, ਇਹਨਾਂ ਨੇ ਪੁੱਛਿਆ ਕਿ ਗੁਰੂ ਕੇ ਸਿੱਖਾ ਤੇਰਾ ਗੁਰੂ ਇਕੱਲੇ ਸਿੱਖਾਂ ਦੀ ਸਹਾਇਤਾ ਕਰਦਾ ਜਾਂ ਸਾਡੀ ਵੀ ਕਰ ਸਕਦਾ? ਗੁਰੂ ਕਾ ਸਿੱਖ ਕਹਿੰਦਾ ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਾਂ ਦਰ ਘਰ ਐਸਾ ਕਬੀਰ ਜਿਹ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਆ ਜੋ ਦਰ ਐਸਾ ਹੋਏ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਇੱਥੇ ਤਾਂ ਕੋਈ ਵੀ ਮਾਈ, ਕੋਈ ਵੀ ਭਾਈ, ਕੋਈ ਵੀ ਬੱਚਾ, ਕੋਈ ਵੀ ਬਜ਼ੁਰਗ, ਕਿਸੇ ਵੀ ਰੰਗ ਨਸਲ ਧਰਮ ਜਾਤੀ ਦਾ ਆ ਜਾਵੇ, ਸ਼ਰਧਾ ਭਾਵਨਾ ਦੇ ਸਹਿਤ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਸਤਿਗੁਰੂ ਉਹਦੀ ਉਹੀ ਭਾਵਨਾ ਪੂਰੀ ਕਰ ਦਿੰਦੇ ਹੈ। ਇਹਨਾਂ ਆਖਿਆ ਵੀ ਸਾਨੂੰ ਵੀ ਬਾਣੀ ਦੇ ਸ਼ਬਦ ਸਿਖਾ ਦੇ, ਸਾਨੂੰ ਵੀ ਅਰਦਾਸ ਸਿਖਾ ਦੇ, ਅਸੀਂ ਵੀ ਕਰ ਲਿਆ ਕਰੀਏ, ਕਿਉਂਕਿ ਸਾਡੇ ਜਿਉਂਦੇ ਜੀ ਹੁਣ ਇੱਥੋਂ ਬਾਹਰ ਨਿਕਲਣ ਦੀ ਆਸ ਕੋਈ ਨਹੀਂ। ਤਾਂ ਗੁਰੂ ਕੇ ਸਿੱਖ ਨੇ ਇਹਨਾਂ ਨੂੰ ਬਾਣੀ ਦੇ ਕੁਝ ਸ਼ਬਦ ਕੰਠ ਕਰਾ ਦਿੱਤੇ, ਅਰਦਾਸ ਕੰਠ ਕਰਵਾਈ, ਤਾਂ ਇਹ ਵੀ ਰੋਜ਼ਾਨਾ ਜਪਣ ਲੱਗ ਪਏ। ਹੁਣ ਜਪਦਿਆਂ ਜਪਦਿਆਂ ਸਮਾਂ ਲੰਘਦਾ, ਕਈ ਵਾਰ ਬੇਚੈਨ ਵੀ ਹੁੰਦੇ ਆ, ਕਹਿੰਦੇ ਗੁਰੂ ਕੇ ਸਿੱਖਾ ਬੜਾ ਟਾਈਮ ਹੋ ਗਿਆ ਸਾਨੂੰ ਬਾਣੀ ਪੜ੍ਹਦਿਆਂ ਨੂੰ, ਅਰਦਾਸ ਕਰਦਿਆਂ ਨੂੰ, ਸਾਡੀ ਅਰਦਾਸ ਤਾਂ ਪੂਰੀ ਹੋਈ ਨਹੀਂ। ਗੁਰੂ ਕਾ ਸਿੱਖ ਕਹਿੰਦਾ ਭਾਈ ਕਰਦੇ ਰਹੋ, ਅਰਦਾਸ ਕਰਦੇ ਰਹੋ। ਕਈ ਵਾਰ ਸਾਡੇ ਅਰਦਾਸ ਕਰਨ ਵਾਲਿਆਂ ਵਿੱਚ ਘਾਟ ਹੁੰਦੀ ਹੈ, ਗੁਰੂ ਤਾਂ ਪੂਰਾ ਉਹ ਜ਼ਰੂਰ ਸੁਣਦਾ ਹੈ। ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਹਨੂੰ ਤਾਂ ਕੋਈ ਇੱਕ ਛਿਨ ਮਾਤਰ ਵੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਧਿਆ ਲਵੇ ਨਾ, ਤੇ ਉਹ ਕਾਲ ਦੀ ਫਾਹੀ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਤੇ ਇਹ ਦੁਨਿਆਵੀ ਬੰਧਨ ਤਾਂ ਗੱਲ ਹੀ ਕੋਈ ਨਹੀਂ।
ਫਿਰ ਉਹਨਾਂ ਦਾ ਸ਼ਰਧਾ ਭਰੋਸਾ ਵਿਸ਼ਵਾਸ ਵੱਧਦਾ ਹੈ ਤਾਂ ਉਹ ਫਿਰ ਲੱਗ ਪੈਂਦੇ ਆ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ਪਪੀਹੇ ਵਾਂਗੂ ਗੁਰੂ ਕੇ ਸਿੱਖਾ ਕੂਕਦਾ ਰਹਿ। ਬੰਬੀਹਾ ਜਿਹੜਾ ਨਾ ਉਹ ਕਦੇ ਵੀ ਇਹ ਆਸ ਨਹੀਂ ਛੱਡਦਾ ਕਿ ਮੀਂਹ ਤਾਂ ਪਿਆ ਨਹੀਂ, ਹੁਣ ਮੈਂ ਬੋਲਣਾ ਬੰਦ ਕਰ ਦੇਵਾਂ, ਸਵੰਤੀ ਬੂੰਦ ਮੈਨੂੰ ਮਿਲੀ ਨਹੀਂ। ਉਹ ਕੂਕਦਾ ਰਹਿੰਦਾ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ, ਮਿਘ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜਮ ਸਭ ਸੁਖੀ ਵਸਾਇਆ। ਤੇ ਉਸ ਵੇਲੇ ਸਵੰਤੀ ਬੂੰਦ ਉਹਨੂੰ ਫਿਰ ਮਿਲ ਜਾਂਦੀ ਹੈ, ਜਿਹਦੇ ਨਾਲ ਉਹ ਤ੍ਰਿਪਤ ਹੋ ਜਾਂਦਾ। ਚਾਤਰਕ ਜਾਂ ਬੰਬੀਹਾ ਕਹਿੰਦੇ ਐਸਾ ਜਾਨਵਰ ਹੈ ਜਿਹਦੇ ਗਲੇ ਵਿੱਚ ਛੇਕ ਹੈ, ਉਹ ਸਿੱਧਾ ਪਾਣੀ ਨਹੀਂ ਪੀ ਸਕਦਾ। ਜੇ ਉਹ ਪੀਂਦਾ ਤਾਂ ਉਹਦੇ ਗਲੇ ਰਾਹੀਂ ਬਾਹਰ ਨਿਕਲ ਜਾਂਦਾ, ਇਸ ਕਰਕੇ ਉਹ ਪਿਆਸ ਦੇ ਨਾਲ ਕੂਕਦਾ ਰਹਿੰਦਾ ਹੈ। ਜਦੋਂ ਮੀਂਹ ਪੈਂਦਾ ਨਾ ਤੇ ਸਵੰਤੀ ਬੂੰਦ ਜਿਹੜੀਆਂ ਪਹਿਲੀਆਂ ਬੂੰਦਾਂ ਹੁੰਦੀਆਂ ਮੀਂਹ ਦੀਆਂ, ਉੱਪਰ ਨੂੰ ਮੂੰਹ ਉਹਨੇ ਚੁੱਕਿਆ ਹੁੰਦਾ, ਉਹਦੇ ਆ ਕੇ ਗਲੇ ਵਿੱਚ ਡਿੱਗਦੀ ਹੈ, ਉੱਪਰ ਨੂੰ ਮੂੰਹ ਹੋਣ ਕਰਕੇ ਉਹਦੇ ਅੰਦਰ ਤੱਕ ਜਾਂਦੀ ਹੈ। ਤੇ ਕਹਿੰਦੇ ਸਵੰਤੀ ਬੂੰਦ ਜਿਸ ਵੇਲੇ ਪਪੀਹੇ ਨੂੰ ਮਿਲ ਜਾਂਦੀ ਆ ਨਾ, ਫਿਰ ਸਾਰੀ ਉਮਰ ਭਰ ਵਾਸਤੇ ਉਹ ਤ੍ਰਿਪਤ ਹੋ ਜਾਂਦਾ, ਦੁਬਾਰਾ ਉਹਨੂੰ ਜਲ ਦੀ ਲੋੜ ਨਹੀਂ ਪੈਂਦੀ। ਇਹ ਧਰਮ ਗ੍ਰੰਥ ਕਹਿੰਦੇ ਨੇ। ਸੋ ਇਸੇ ਪ੍ਰਕਾਰ ਗੁਰੂ ਕਾ ਸਿੱਖ ਜਿਹੜਾ ਗੁਰੂ ਕੇ ਦਰਸ਼ਨਾਂ ਰੂਪੀ ਜਲ ਦੀ ਮੰਗ ਕਰਦਾ ਹੈ, ਗੁਰੂ ਕੇ ਦੀਦਾਰਿਆਂ ਰੂਪੀ ਜਲ ਦੀ ਮੰਗ ਕਰਦਾ ਰਹਿੰਦਾ ਨਾ, ਗੁਰੂ ਕੇ ਨਾਮ ਦੀ ਮੰਗ ਕਰਦਾ ਰਹਿੰਦਾ, ਜਦੋਂ ਉਹਨੂੰ ਸਵੰਤੀ ਬੂੰਦ ਨਾਮੇ ਇਹ ਜਿਹੜਾ ਅੰਮ੍ਰਿਤ ਨਾਮ ਪ੍ਰਾਪਤ ਹੋ ਜਾਂਦਾ, ਫਿਰ ਉਹਦੀ ਹਰ ਪ੍ਰਕਾਰ ਦੀ ਤ੍ਰਿਸ਼ਨਾ, ਹਰ ਪ੍ਰਕਾਰ ਦੀ ਪਿਆਸ ਬੁੱਝ ਜਾਂਦੀ ਹੈ, ਤ੍ਰਿਪਤ ਹੋ ਜਾਂਦਾ, ਅਗਾਹ ਜਾਂਦਾ ਹੈ। ਸੋ ਗੁਰੂ ਪਿਆਰਿਓ, ਇਉਂ ਇਹ ਭਾਈ ਸ਼ਰਨ ਸਿੰਘ ਦੀ ਪ੍ਰੇਰਨਾ ਸਦਕਾ ਰੁਸਤਮ ਰਾਓ ਤੇ ਬਾਲਾ ਰਾਓ ਮਰਹੱਟੇ ਰਾਜੇ ਬਾਣੀ ਪੜ੍ਹਦੇ ਹੈ, ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਦੇ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸੁਖਮਨੀ ਸਾਹਿਬ ਦਾ ਪਾਠ ਇਉਂ ਇਹ ਸ਼ਬਦ ਪੜ੍ਹਦੇ ਆ, ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਆ, ਸਭ ਥਾਈਂ ਹੋਏ ਸਹਾਏ। ਮਹਾਰਾਜ ਤੁਸੀਂ ਤਾਂ ਸਭ ਥਾਈਂ ਸਹਾਇਤਾ ਕਰਨ ਵਾਲੇ ਹੋ, ਸਾਡੀ ਵੀ ਸਹਾਇਤਾ ਕਰ ਲਿਓ। ਤਾਂ ਗੁਰੂ ਪਿਆਰਿਓ, ਇੱਕ ਦਿਨ ਇਹ ਇੱਦਾਂ ਹੀ ਅਰਦਾਸ ਕਰਦਿਆਂ ਹਟ ਕਰਕੇ ਲੱਗੇ ਰਹੇ ਤੇ ਬੇਹੋਸ਼ ਹੋ ਕੇ ਡਿੱਗ ਪਏ। ਉਧਰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੀ ਇਹਨਾਂ ਦੀ ਅਰਦਾਸ। ਧਿਆਨ ਦਿਓ, 1708 ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਜਾ ਬਰਾਜਦੇ ਨੇ ਸਣਦੇ ਹੀ। ਉਸ ਤੋਂ 30 ਸਾਲ ਬਾਅਦ ਦੀ ਇਹ ਘਟਨਾ ਹੈ। ਕੀ ਹੋਇਆ ਕਿ ਆਕਾਸ਼ ਦੇ ਵਿੱਚੋਂ ਇੱਕ ਲਾਈਟ ਆਈ, ਇੱਕ ਪ੍ਰਕਾਸ਼ ਆਇਆ, ਇੱਕ ਰੌਸ਼ਨੀ ਆਈ ਉਹ ਜੇਲ੍ਹ ਖਾਨੇ ਦੇ ਅੰਦਰ। ਤੇ ਉਹ ਵੇਖਦਿਆਂ ਉਹ ਲਾਈਟ ਜਿਹੜਾ ਪ੍ਰਕਾਸ਼ ਸੀ ਨਾ, ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋ ਗਏ, ਘੋੜੇ ਦੇ ਉੱਤੇ ਐਨ ਤਿਆਰ ਬਰ ਤਿਆਰ ਸ਼ਸਤਰ ਧਾਰੀ ਸਜੇ ਹੋਏ। ਇਹਨਾਂ ਨੂੰ ਆਵਾਜ਼ ਦਿੱਤੀ, ਰੁਸਤਮ ਰਾਓ, ਬਾਲਾ ਰਾਓ, ਤੁਸੀਂ ਮੈਨੂੰ ਉਡੀਕਦੇ ਸੀ, ਮੈਨੂੰ ਯਾਦ ਕਰਦੇ ਸੀ, ਮੈਂ ਆ ਗਿਆ। ਇਹਨਾਂ ਨੇ ਅੱਖਾਂ ਮਲੀਆਂ, ਅੱਖਾਂ ਖੋਲ੍ਹੀਆਂ, ਕੀ ਵੇਖਦੇ ਆ? ਸਾਹਮਣੇ ਜਮਾਲ ਤੇ ਜਲਾਲ ਦਾ ਭਰਿਆ ਹੋਇਆ ਸਤਿਗੁਰੂ ਜੀ ਦਾ ਨੂਰਾਨੀ ਚਿਹਰਾ ਵੇਖਦਿਆਂ ਤਾਬ ਝੱਲੀ ਨਹੀਂ ਜਾਂਦੀ, ਨੀਵੀਆਂ ਪੈ ਗਈਆਂ, ਦੋਵੇਂ ਹੱਥ ਜੋੜ ਲਏ। ਆਖਿਆ ਮਹਾਰਾਜ ਤੁਸੀਂ ਸਾਡੇ 'ਤੇ ਵੀ ਕਿਰਪਾ ਕਰ ਦਿੱਤੀ, ਅਸੀਂ ਤਾਂ ਸੋਚਦੇ ਸੀ ਤੁਸੀਂ ਸ਼ਾਇਦ ਆਪਣੇ ਸਿੱਖਾਂ ਦੀ ਉਹ ਬੇਨਤੀ ਮੰਨਦੇ ਹੋ। ਤੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਠੀਕ ਆ ਭਾਈ, ਜਿਹੜਾ ਵੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਦੇ ਦਰ ਘਰ ਵਿਖੇ ਅਰਦਾਸ ਕਰਦਾ ਉਹਦੀ ਭਾਵਨਾ ਜ਼ਰੂਰ ਪੂਰੀ ਹੁੰਦੀ ਆ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਇਹਨਾਂ ਨੂੰ ਆਖਿਆ ਕਿ ਘੋੜੇ ਦੀਆਂ ਰਕਾਬਾਂ ਦੋਵੇਂ ਇੱਕ ਸਾਈਡ ਤੋਂ ਦੋਵੇਂ ਫੜ ਲਓ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਆਕਾਸ਼ ਦੇ ਰਸਤੇ ਆਏ ਸਨ, ਉਸੇ ਤਰ੍ਹਾਂ ਆਕਾਸ਼ ਮੰਡਲ ਦੇ ਰਾਹੀਂ ਇਹ ਰਾਜਿਆਂ ਨੂੰ ਲੈ ਕੇ ਉੱਡ ਗਏ। ਤੇ ਇਹਨਾਂ ਨੂੰ ਕਿੱਥੇ ਜਾ ਕੇ ਉਤਾਰਿਆ? ਸਾਧ ਸੰਗਤ ਜੀ, ਜਿੱਥੇ ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਆਪਾਂ ਦਰਸ਼ਨ ਕਰਦੇ ਹਾਂ ਨਾ, ਹਜੂਰ ਸਾਹਿਬ ਦਰਸ਼ਨ ਕਰਨ ਜਾਈਏ ਤੇ ਜਦੋਂ ਆਪਾਂ ਬਿਦਰ ਨਾਨਕ ਝੀਰੇ ਨੂੰ ਜਾਂਦੇ ਆ ਤੇ ਉੱਥੇ ਮਾਤਾ ਭਾਗ ਕੌਰ ਜੀ ਦਾ ਤਪ ਅਸਥਾਨ ਆਉਂਦਾ ਰਸਤੇ ਦੇ ਵਿੱਚ। ਸੋ ਉਸ ਅਸਥਾਨ ਦੇ ਉੱਤੇ ਇਹਨਾਂ ਨੂੰ ਛੱਡਿਆ, ਮਾਤਾ ਭਾਗ ਕੌਰ ਜੀ ਦੀ ਡਿਊਟੀ ਲਾਈ, ਕਿਉਂਕਿ ਮਾਤਾ ਭਾਗ ਕੌਰ ਜੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਜਦੋਂ ਜ਼ਖਮੀ ਹੋ ਗਏ ਸਨ ਨਾ, ਤਾਂ ਫਿਰ ਸਤਿਗੁਰੂ ਜੀ ਦੇ ਨਾਲ ਹੀ ਉਹ ਫਿਰ ਅੱਗੇ ਦਮਦਮਾ ਸਾਹਿਬ ਗਏ ਤੇ ਹਜੂਰ ਸਾਹਿਬ ਚਲੇ ਗਏ ਸਨ। ਤਾਂ ਹਜੂਰ ਸਾਹਿਬ ਤੋਂ ਉੱਥੋਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਡਿਊਟੀ ਲਾਈ ਕਿ ਇਹਨਾਂ ਰਾਜਿਆਂ ਦੀ ਰੱਖਿਆ ਤੁਸੀਂ ਕਰਨੀ ਹੈ, ਇਹ ਤੁਹਾਡੇ ਕੋਲ ਰਹਿਣਗੇ। ਤੇ ਤਾ ਉਮਰ ਜਿਹੜੇ ਉਹ ਰਾਜੇ ਸਨ ਨਾ, ਫਿਰ ਬਾਅਦ ਵਿੱਚ ਮਾਤਾ ਭਾਗ ਕੌਰ ਜੀ ਦੀ ਨਿਗਰਾਨੀ ਹੇਠ ਉਹ ਰਹੇ। ਤੇ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਰਾਜਿਆਂ ਨੂੰ ਬੰਧਨ ਮੁਕਤ ਕੀਤਾ। ਸੋ ਸਤਿਗੁਰੂ ਜੀ ਕਹਿੰਦੇ, ਬੰਧਨ ਮੈਂ ਅੰਧਾ ਹੁਆ ਵਿਰੋਧ ਸਿੱਖ ਕੋ ਸੋਧ। ਜੇ ਇਸ ਤਰ੍ਹਾਂ ਦਾ ਕੋਈ ਬੰਧਨ ਪੈ ਜਾਵੇ ਸਿੱਖਾ,
ਕੋਈ ਕ੍ਰੋਧ ਦੇ ਵਿੱਚ ਅੰਨਾ ਹੋ ਕੇ, ਕੋਈ ਤੇਰੀ ਝੂਠੀ ਮੁਖਬਰੀ ਕਰਕੇ, ਕੋਈ ਝੂਠਾ ਮੁਕੱਦਮਾ ਦਰਜ ਕਰਵਾ ਕੇ ਤੈਨੂੰ ਜੇਲ੍ਹ ਦੇ ਵਿੱਚ ਕਰਾ ਦੇਵੇ, ਤਾਂ ਇਉਂ ਅਰਦਾਸ ਕਰੀ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਉਹ ਦੁਸ਼ਮਣ ਨੇ ਅੰਨ੍ਹਿਆ ਹੋ ਕੇ ਮੈਨੂੰ ਇੱਦਾਂ ਕੈਦ ਕਰਵਾ ਦਿੱਤਾ ਨਾ, ਕਿਰਪਾ ਕਰੋ ਮੈਨੂੰ ਬੰਧਨ ਮੁਕਤ ਕਰ ਦਿਓ ਤੇ ਉਸ ਦੁਸ਼ਮਣ ਨੂੰ ਸੋਧਾ ਲਾ ਦਿਓ। 57 ਮੋਹਰੀ ਮੈਂ ਦੇਖਤ ਸਾਲ, ਸਿੱਖ ਕਾਰਜ ਸੰਭਾਲ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕਿਸੇ ਵੱਡੇ ਉੱਚ ਅਧਿਕਾਰੀ ਨੂੰ ਮਿਲਣ ਜਾਣਾ ਹੋਵੇ ਨਾ, ਤੇ ਉਸ ਵੇਲੇ ਵੀ ਅਰਦਾਸ ਕਰਕੇ ਜਾ। ਤੂੰ ਉਹਦੇ ਤੋਂ ਕੋਈ ਕੰਮ ਕਰਾਇਆ ਲੋੜਦਾ ਹੈ, ਕੰਮ ਕਰਾਉਣਾ ਤੂੰ ਜਾ ਕੇ, ਤਾਂ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਕੇ ਜਾਈ, ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਵੇਖਦੇ ਹੀ ਬੰਦਾ ਜਿਹੜਾ ਮੋਹਿਤ ਹੋ ਜਾਵੇ ਮੇਰੇ ਤੇ, ਭਾਵ ਆਕਰਸ਼ਿਤ ਹੋ ਜੇ, ਉਹਨੂੰ ਮੈਂ ਚੰਗਾ ਲੱਗ ਜਾਵਾਂ ਪਹਿਲੀ ਨਜ਼ਰ ਹੀ, ਤੇ ਫਿਰ ਜਿਹੜਾ ਮੈਂ ਬਚਨ ਕਰਾਂ ਉਹਨੂੰ ਉਹ ਮੰਨ ਲਵੇ ਤੇ ਖੁਸ਼ ਹੋ ਜਾਵੇ, ਪ੍ਰਸੰਨ ਹੋ ਜਾਵੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਿੱਖ ਦਾ ਜਿਹੜਾ ਕਾਰਜ ਹੈ ਉਹਦੀ ਸੰਭਾਲ ਹੋ ਜਾਵੇ, ਆਪ ਜੀ ਦੇ ਸਿੱਖ ਦਾ ਕਾਰਜ ਸਵਾਰਿਆ ਜਾਵੇ। 58 ਕੀਰਤਨ ਕੀ ਗੁਰੂ ਕਾ ਉਚਾਰ, ਨਾਮ ਫਲ ਸੁਨਹੁ ਉਧਾਰ। ਫਿਰ ਕਹਿੰਦੇ ਜਦੋਂ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਜਾ ਕੇ ਬੈਠਣਾ ਨਾ, ਉਸ ਵੇਲੇ ਵੀ ਅਰਦਾਸ ਕਰਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ। ਕੀਰਤਨ ਕਰਨ ਵਾਲੇ ਨੇ ਵੀ ਕਰਨੀ ਹੈ ਤੇ ਕੀਰਤਨ ਸੁਣਨ ਵਾਲੇ ਨੇ ਵੀ ਕਰਨੀ ਹੈ। ਕੀ ਅਰਦਾਸ ਕਰਨੀ ਹੈ? ਕੀਰਤਨ ਕਰਨ ਵਾਲਾ ਜਿਹੜਾ, ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ RAM। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਬਾਣੀ ਨੂੰ ਗਾਉਣ ਦਾ ਕਰਕੇ, ਤੇ ਆਪ ਜੀ ਨੂੰ ਬਾਣੀ ਨੂੰ ਗਾਉਣ ਤੋਂ ਕਈ ਕਰੋੜਾਂ ਜੱਗਾਂ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ, ਮਹਾਤਮ ਪ੍ਰਾਪਤ ਹੁੰਦਾ ਹੈ। ਇਸ ਕਰਕੇ ਅਸੀਂ ਕੀਰਤਨ ਕਰ ਰਹੇ ਹਾਂ, ਆਪ ਜੀ ਦੇ ਚਰਨਾਂ ਵਿੱਚ ਸਾਡਾ ਮਨ ਪੂਰੀ ਤਰ੍ਹਾਂ ਜੁੜੇ, ਆਪ ਜੀ ਦੀ ਬਾਣੀ ਨੂੰ ਪ੍ਰੇਮ ਦੇ ਨਾਲ ਗਾਇਨ ਕਰੀਏ, ਜਿਸ ਕਰਕੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣ, ਤੁਹਾਡੀਆਂ ਖੁਸ਼ੀਆਂ ਦੇ ਨਦਰ ਦੇ ਅਸੀਂ ਪਾਤਰ ਬਣ ਜਾਈਏ, ਸਾਨੂੰ ਪੂਰਨ ਤੌਰ 'ਤੇ ਫਲ ਦੀ ਪ੍ਰਾਪਤੀ ਹੋਵੇ। ਤੇ ਇਸੇ ਤਰ੍ਹਾਂ ਸੰਗਤ ਵਿੱਚ ਜਿਹੜਾ ਕੀਰਤਨ ਸੁਣਦਾ ਹੈ ਉਹਨੇ ਵੀ ਜਾ ਕੇ ਅਰਦਾਸ ਬੇਨਤੀ ਕਰਨੀ ਹੈ, ਮਹਾਰਾਜ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਆਪ ਜੀ ਦੀ ਬਾਣੀ ਨੂੰ ਸੁਣਨ ਦਾ ਕਿੰਨਾ ਵੱਡਾ ਮਹਾਤਮ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, 4 ਪੌੜੀਆਂ ਸਤਿਗੁਰੂ ਨੇ ਸੁਣਨ ਦੀ ਪ੍ਰਥਾਏ ਉਚਾਰਨ ਕੀਤੀਆਂ। ਸੁਣਨ ਦਾ ਕਿੰਨਾ ਵੱਡਾ ਮਹਾਤਮ ਹੈ। ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਪੁੰਨਾਂ ਦਾ ਫਲ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਆਪਾਂ ਸੁਣਦੇ ਹਾਂ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਸੋ ਕੀਰਤਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆ ਕੇ ਬੈਠੇ ਹਾਂ, ਸਾਡਾ ਮਨ ਆਪ ਜੀ ਦੀ ਬਾਣੀ ਦੇ ਸ਼ਬਦ ਦੇ ਵਿੱਚ, ਗੁਰਾਂ ਕਾ ਉਚਾਰ, ਜਿਹੜਾ ਗੁਰਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਨਾ, ਇਹਦੇ ਵਿੱਚ ਭਿੱਜ ਜਾਵੇ, ਇਹਦੇ ਨਾਲ ਇੱਕਮਿਕ ਹੋ ਜਾਵੇ, ਤੇ ਨਾਮ ਫਲ ਸੁਣ ਹੋ ਉਧਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਮ ਦੇ ਰੂਪੀ ਫਲ ਦੀ ਸਾਨੂੰ ਪ੍ਰਾਪਤੀ ਹੋ ਜਾਵੇ, ਤੇ ਇਸ ਤਰ੍ਹਾਂ ਬਾਣੀ ਸੁਣਦਿਆਂ ਸਾਡਾ ਉਧਾਰ ਹੋ ਜਾਵੇ, ਪਾਰ ਉਤਾਰਾ ਨਿਸਤਾਰਾ ਹੋ ਜਾਵੇ। ਬਿਗਨ ਹਟਾਮਨ ਮੈਂ ਸ਼ਹੀਦ ਸਿੰਘ ਉਮੰਡ, ਵਿਰੋਧੀ ਰੁਕੇ ਬਿਹੰਡ। ਕਹਿੰਦੇ ਜੇਕਰ ਤੇਰਾ ਕੋਈ ਵਿਰੋਧ ਕਰਕੇ ਕੋਈ ਸਮੱਸਿਆ ਖੜੀ ਕਰ ਦੇਵੇ, ਵਿਘਨ ਪਾ ਦੇਵੇ ਤੇਰੇ ਕਾਰਜਾਂ ਦੇ ਵਿੱਚ, ਤਾਂ ਗੁਰੂ ਕੇ ਸਿੱਖਾ ਉਸ ਵੇਲੇ ਵੀ ਅਰਦਾਸ ਕਰਨੀ ਹੈ। ਤੂੰ ਇਹ 59ਵੀਂ ਅਰਦਾਸ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਕਿਰਪਾ ਕਰੋ, ਸ਼ਹੀਦੀ ਸਿੰਘਾਂ ਦੀਆਂ ਫੌਜਾਂ ਦੀ ਡਿਊਟੀ ਲਾਓ, ਧਾ ਕੇ ਆਉਣ, ਚੜ੍ਹ ਕੇ ਆ ਜਾਣ, ਦਲਾਂ ਦੇ ਦਲ ਆ ਜਾਣ, ਉਮੱਡ ਕੇ ਆ ਜਾਣ। ਔਰ ਵਿਰੋਧੀ ਰੁਕੈ ਬਿਹੰਡ, ਜਿਹੜਾ ਵਿਰੋਧੀ ਆ ਨਾ ਉਹ ਰੁਕ ਜਾਵੇ ਮੈਨੂੰ ਤੰਗ ਕਰਨ ਤੋਂ, ਜਿਹੜਾ ਮੇਰਾ ਬਿਹੰਡ ਨਾਸ਼ ਕਰਨ ਦੇ ਲਈ ਆ ਰਿਹਾ, ਉਹ ਵਿਰੋਧੀ ਨੂੰ ਰੁਕਾਵਟ ਪਾ ਦਿਓ। ਆਪ ਜੀ ਸ਼ਹੀਦੀ ਫੌਜਾਂ ਦਾ ਪਹਿਰਾ ਲਾਓ, ਉਹ ਵਿਰੋਧੀ ਨੂੰ ਰੁਕਾਵਟ ਪੈ ਜਾਵੇ। ਇਸੇ ਪ੍ਰਕਾਰ ਵਿਰੋਧੀ ਰੁਕਿਆ, ਵਿਰੋਧੀ ਰੁਕ ਵੀ ਜਾਵੇ, ਤੇ ਬਿਹੰਡ ਵਿਰੋਧੀ ਦਾ ਨਾਸ਼ ਵੀ ਹੋ ਜਾਵੇ। 60ਵੀਂ ਸਾਧ ਮਿਲਨ ਮੈਂ ਮਨ ਹੋਵੇ ਅਧੀਨ, ਸਾਧ ਮਿਲੇ ਫਲ ਮੀਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਸਾਧੂ ਨੂੰ ਮਿਲਣ ਜਾਣਾ ਹੋਵੇ, ਪੂਰਨ ਕਮਾਈ ਬੰਦਗੀ ਵਾਲੇ ਪੁਰਖ ਨੂੰ, ਮਹਾਂਪੁਰਖ ਨੂੰ ਮਿਲਣ ਜਾਣਾ ਹੋਵੇ, ਤੇ ਉਸ ਵੇਲੇ ਵੀ ਅਰਦਾਸ ਕਰੀ
ਤੇਰਾ ਮਨ ਨਿਮਰਤਾ ਦੇ ਵਿੱਚ ਆਵੇ, ਉਹਦੀ ਅਧੀਨਗੀ ਕਬੂਲੇ ਜਾ ਕੇ ਸਾਧੂ ਦੇ ਬਚਨਾਂ ਦੇ ਉੱਤੇ। 7 ਬਚਨ ਸਾਧੂ ਉਪਦੇਸ਼, ਨਿਸ਼ਚਾ ਵੱਜੇ ਤੇਰਾ ਸਾਧੂ ਦੇ ਬਚਨਾਂ ਦੇ ਉੱਤੇ। ਕਿਉਂਕਿ ਸਾਧ ਕੌਣ ਹੈ? ਸਾਧ ਨਾਮ ਨਿਰਮਲਤਾ ਕੇ ਕਰਮ, ਜਿਹਦੇ ਕਰਮ ਨਿਰਮਲ ਹੋ ਗਏ, ਜਿਹਨੇ ਆਪਣੇ ਮਨ ਨੂੰ ਤਨ ਨੂੰ ਗੁਰਾਂ ਦੇ ਸ਼ਬਦ ਦੁਆਰਾ ਸਾਧ ਲਿਆ, ਸਿੱਧਾ ਕਰ ਲਿਆ, ਵਲਵਲੇਵੇਂ ਜਿਹਦੇ ਮਨ ਦੇ ਵਿੱਚੋਂ ਨਿਕਲ ਗਏ ਸਾਰੇ ਪ੍ਰਕਾਰ ਦੇ। ਐਸੇ ਸਾਧੂ ਦੇ, ਐਸੇ ਮਹਾਤਮਾ ਦੇ ਜਦੋਂ ਦਰਸ਼ਨ ਕਰਨ ਜਾਣਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਹੋਵੇ ਅਧੀਨ। ਇਹ ਅਰਦਾਸ ਕਰੀ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਮਨ ਸਾਧੂ ਦੇ ਬਚਨਾਂ ਦੇ ਅਧੀਨ ਹੋ ਜਾਵੇ। ਕਿਉਂਕਿ ਸਾਧੂ ਨੂੰ ਜਦੋਂ ਮਿਲਣ ਜਾਣਾ ਨਾ, ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਆਪਾਂ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ। ਸਾਧੂ ਨੂੰ ਮਿਲਣ ਜਾਣਾ ਹੋਵੇ ਨਾ, ਕੋਈ ਵੀ ਮਾੜਾ ਫੁਰਨਾ ਨਾਲ ਨਾ ਲੈ ਕੇ ਜਾਓ, ਕੋਈ ਸ਼ੰਕਾ ਨਾਲ ਨਾ ਲੈ ਕੇ ਜਾਓ, ਤੇ ਇਸੇ ਪ੍ਰਕਾਰ ਕੋਈ ਸ਼ੰਕਾਵਾਦੀ ਮਨਮੁਖ ਬੰਦਾ ਵੀ ਨਾਲ ਨਾ ਲੈ ਕੇ ਜਾਓ। ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ, ਨਾਲ ਇੱਦਾਂ ਦਾ ਮਨਮੁਖ ਨਾ ਲੈ ਜਾਓ ਕਿ ਉੱਥੇ ਕੋਈ ਉਹ ਮਾੜਾ ਚੰਗਾ ਬਚਨ ਕਰ ਦੇਵੇ ਤੇ ਸਾਧੂ ਦਾ ਵਰ ਮਿਲਣ ਦੀ ਥਾਂ ਤੁਹਾਨੂੰ ਸਰਾਪ ਮਿਲ ਜਾਵੇ। ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ। ਸਾਧੂ ਦੇ ਜਾ ਕੇ ਬਚਨਾਂ ਨੂੰ 7 ਬਚਨ ਸਾਧੂ ਉਪਦੇਸ਼ ਕਹਿਣਾ, ਤੇ ਫਿਰ ਹੀ ਸਾਧੂ ਮਹਾਤਮਾ ਦੇ ਕੋਲੋਂ ਫਲ ਦੀ ਪ੍ਰਾਪਤੀ, ਚੰਗੇ ਬਚਨਾਂ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਮਨ ਅਧੀਨ ਹੋਵੇ, ਅਧੀਨਗੀ ਕਬੂਲੇ ਸਾਧੂ ਦੇ ਬਚਨਾਂ ਦੀ, ਸਾਧ ਮਿਲੇ ਫਲ ਪੀਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਸਾਧੂ ਦੇ ਮੈਨੂੰ ਦਰਸ਼ਨ ਹੋਣ, ਤੇ ਐਸਾ ਸਾਧੂ ਜਿਹਨੂੰ ਮਿਲ ਕੇ ਤੁਹਾਡੇ ਨਾਮ ਦੀ ਪੂਰਨ ਫਲ ਦੀ ਮੈਨੂੰ ਪ੍ਰਾਪਤੀ ਹੋਵੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ, ਹਉ ਢੂੰਢੇਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੀ। ਮਹਾਰਾਜ ਸੱਚੇ ਪਾਤਸ਼ਾਹ ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਐਸੇ ਸਾਧੂ ਦੇ ਦਰਸ਼ਨ ਕਰਨ ਜਾਵਾਂ, ਮੇਰਾ ਮਨ ਉਹਦੇ ਪੂਰਨ ਬਚਨਾਂ ਦੀ ਅਧੀਨਗੀ ਕਬੂਲੇ। ਸਾਜ ਅਰਦਾਸਾ ਮੰਗਲੀ ਦੀਨ ਸੰਪਰ ਸਿੱਖ, ਤੋਹੇ ਭਾਵ ਜੈਸੇ ਫਲਿਓ ਐਸਾ ਸਿੱਖ ਨਾ ਦੇਖ। ਸਤਿਗੁਰੂ ਕਹਿੰਦੇ ਵਿਸ਼ੰਬਰ ਦਾਸ ਸਿੱਖਾ, ਹੁਣ ਤੱਕ ਤੈਨੂੰ ਅਸੀਂ 60 ਅਰਦਾਸਾਂ ਜਿਹੜੀਆਂ ਮੰਗਲੀ, ਬੜੀਆਂ ਸੁਖਮਈ ਹਨ, ਮੰਗਲਮਈ ਹਨ, ਸੁਖਦਾਈ ਹਨ, ਸੁਖ ਦੇਣ ਵਾਲੀਆਂ ਹਨ, ਇਹ 60 ਅਰਦਾਸਾਂ ਦੀ ਤੈਨੂੰ ਬਖਸ਼ਿਸ਼ ਕਰ ਦਿੱਤੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ 60 ਅਰਦਾਸਾਂ ਮੰਗਲੀ ਦੀਨ ਵਿਸ਼ੰਬਰ ਸਿੱਖ, ਤੋਹੇ ਭਾਵ ਜੈਸੋ ਫਲਿਓ ਐਸਾ ਸਿੱਖ ਨਾ ਦਿਖ। ਕਹਿੰਦੇ ਦੱਖਣ ਦਿਸ਼ਾ ਦੇ ਵਿੱਚ ਸਿੱਖ ਤਾਂ ਹੈਗੇ ਆ, ਪਰ ਵਿਰਲੇ ਆ, ਥੋੜ੍ਹੇ ਆ, ਪਰ ਤੇਰੇ ਵਰਗਾ ਭਾਵਨਾ ਵਾਲਾ ਸਿੱਖ ਦੱਖਣ ਦਿਸ਼ਾ ਦੇ ਵਿੱਚ ਮੈਨੂੰ ਨਹੀਂ ਕੋਈ ਦਿਖਿਆ। ਤੂੰ ਬੜਾ ਭਾਵਨਾ ਵਾਲਾ ਸਿੱਖ ਆ। ਬੜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਤੇਰੇ ਉੱਤੇ ਬਖਸ਼ਿਸ਼ ਹੈ। ਕਾਥਮੀ ਮਨ ਸਾਲ ਹੋਏ ਮੇਰ, ਤੁਮ ਰੱਖੋ ਜਗ ਚੇਰ। ਇਸੇ ਤਰ੍ਹਾਂ ਫਿਰ 61ਵੀਂ ਅਰਦਾਸ ਕਰਨੀ ਆ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਮਨ ਆ ਨਾ ਜਿਹੜਾ ਸਾਲ ਵਾਂਗੂ ਸਿੱਧਾ ਹੋ ਜਾਏ, ਇਹਦੇ ਵਿੱਚ ਕੋਈ ਛਲ ਕਪਟ ਨਾ ਹੋਵੇ, ਨਿਰਛਲ ਨਿਰਕਪਟ ਹੋ ਜਾਏ, ਕੋਈ ਇਹ ਟੇਢਾ ਵਿੰਗਾ ਨਾ ਚੱਲੇ। ਮਨ ਮੇਰਾ ਸਰਲ ਸੁਖੈ ਨਹੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਜਾਏ, ਸਿੱਧਾ ਹੋ ਜਾਏ ਮੇਰਾ ਮਨ। ਤੁਮ ਰਾਖੋ ਜਗ ਝੇਰ, ਇਸ ਪ੍ਰਕਾਰ ਮੇਰੇ ਮਨ ਨੂੰ ਸਿੱਧਿਆਂ ਕਰਕੇ ਮੈਨੂੰ ਸੰਸਾਰ ਦੇ ਝਗੜਿਆਂ ਝੇੜਿਆਂ ਚਿੰਤਾਵਾਂ ਤੋਂ ਆਪ ਜੀ ਰੱਖਿਆ ਕਰੋ। ਗੁਰ ਪਗ ਵਿਸਰਾਮ ਠਹਿਰੇ ਮਨ ਧਿਆਨ। ਤੇ ਅਰਦਾਸ ਕਰਨੀ ਹੈ ਕਿ ਗੁਰੂ ਚਰਨਾਂ ਦੇ ਵਿੱਚ ਮੇਰਾ ਮਨ ਵਿਸਰਾਮ ਪਾ ਲਵੇ, ਗੁਰੂ ਚਰਨਾਂ ਵਿੱਚ ਮੇਰਾ ਧਿਆਨ ਠਹਿਰ ਜਾਵੇ, ਇੱਧਰ ਉੱਧਰ ਦੌੜਿਆ ਭੱਜਿਆ ਨਾ ਰਹੇ। ਕਿਤੇ ਮੇਰਾ ਇਕੱਲਾ ਤਨ ਹਾਜ਼ਰ ਹੋਵੇ, ਮਨ ਉਡਾਰੀ ਮਾਰ ਜਾਵੇ, ਬੈਠਾ ਗੁਰਦੁਆਰੇ ਹੋਵਾਂ ਤੇ ਗੁਰਦੁਆਰੇ ਆ ਕੇ ਵੀ ਇਹੀ ਸੋਚੀ ਜਾਵਾਂ ਵੀ ਮੁੰਡੇ ਨੂੰ ਡੈਰੀ ਤੇ ਭੁਜੰਗੀ ਨੂੰ ਡੈਰੀ ਦੇ ਉੱਤੇ ਦੁੱਧ ਪਾਉਣ ਭੇਜਿਆ, ਪਤਾ ਨਹੀਂ ਫੈਟ ਕਿੰਨੀ ਆਊਗੀ, ਤੇ ਖੇਤ ਮਜ਼ਦੂਰ ਭੇਜੇ ਆ, ਦਿਹਾੜੀਦਾਰ ਬੰਦੇ ਭੇਜੇ ਆ, ਪਤਾ ਨਹੀਂ ਕੰਮ ਕਰਦੇ ਹੋਣਗੇ ਜਾਂ ਨਹੀਂ ਕਰਦੇ ਹੋਣਗੇ। ਬੈਠਾ ਗੁਰੂ ਦਾ ਸਿੱਖ ਗੁਰੂ ਘਰ ਹੋਵੇ ਤੇ ਮਨ ਕਿਧਰੇ ਹੋਰ ਨਾ ਤੁਰਿਆ ਫਿਰਦਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਮਨ ਤੁਹਾਡੇ ਚਰਨਾਂ ਕਮਲਾਂ ਦੇ ਵਿੱਚ, ਤੁਹਾਡੇ ਪਗਾਂ ਦੇ ਵਿੱਚ ਵਿਸ਼ਰਾਮ ਪਾ ਲਵੇ, ਰੁਕ ਜਾਵੇ। ਚਰਨ ਕਮਲ ਕੀ ਮੌਜ ਕਾਓ ਕਹਿ ਕੈਸੇ ਅਨੁਮਾਨ, ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪ੍ਰਵਾਨ।
ਕਬੀਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਮਹਾਰਾਜ ਸੱਚੇ ਪਾਤਸ਼ਾਹ ਆਦ ਤੋਂ ਲੈ ਕੇ ਅੰਤ ਤੱਕ, ਆਰੰਭਤਾ ਤੋਂ ਲੈ ਕੇ ਤੇ ਖਾਤਮੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਹੀ ਆਪ ਜੀ ਦੇ ਚਰਨਾਂ ਦੇ ਵਿੱਚ ਮੇਰੇ ਮਨ ਨੂੰ ਵਿਸਰਾਮ ਮਿਲ ਜਾਵੇ, ਮੇਰਾ ਧਿਆਨ ਤੁਹਾਡੇ ਚਰਨਾਂ ਵਿੱਚ ਠਹਿਰ ਜਾਵੇ, ਰੁਕ ਜਾਵੇ। ਰੇ ਹਠੀ ਤਰਨ ਕੀ ਤਰਨਾਏ ਸਤਿਗੁਰ ਸਮਾਏ। ਤਰਨ ਨਾਮ ਹੈ ਜਵਾਨ ਦਾ ਤੇ ਤਰਨਾਏ ਜਵਾਨੀ। ਆਪਾਂ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਪੜ੍ਹਦੇ ਆ ਨਾ ਭੋਗ ਵੇਲੇ ਸੁਣਦੇ ਆ ਤਾਂ ਉਦੋਂ ਬਚਨ ਆਉਂਦਾ ਤਰਨਾ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ। ਤਰਨਾ ਪੋ ਭਾਵ ਜਵਾਨੀ ਦੀ ਉਮਰ ਐਵੇਂ ਹੀ ਬਤੀਤ ਹੋ ਗਈ, ਹੁਣ ਜਰਾ ਨੇ ਬੁਢੇਪੇ ਨੇ ਇਹ ਤਨ ਨੂੰ ਜਿੱਤ ਲਿਆ। ਸੋ ਤਰਨ ਨਾਮ ਹੈ ਜਵਾਨ ਦਾ। ਤੇ ਧਰਮ ਗ੍ਰੰਥ ਕਹਿੰਦਾ ਹੈ ਕਿ ਭਾਵੇਂ ਕਿਸੇ ਵੀ ਸਮੇਂ ਭਗਤੀ ਕੀਤੀ ਜਾ ਸਕਦੀ ਹੈ, ਬਚਪਨ ਵਿੱਚ ਵੀ ਕੀਤੀ ਜਾ ਸਕਦੀ ਹੈ, ਜਵਾਨੀ 'ਚ ਵੀ ਕੀਤੀ ਜਾ ਸਕਦੀ ਹੈ, ਬੁਢੇਪੇ ਵਿੱਚ ਵੀ, ਪ੍ਰੌੜ ਅਵਸਥਾ ਦੇ ਵਿੱਚ ਵੀ, ਦਿਨ ਨੂੰ ਰਾਤ ਨੂੰ ਕਿਸੇ ਵੀ ਸਮੇਂ ਭਗਤੀ ਨਾਲ ਜੁੜਿਆ ਜਾ ਸਕਦਾ ਰੱਬ ਦੇ ਚਰਨਾਂ ਦੇ ਨਾਲ। ਪਰ ਧਰਮ ਗ੍ਰੰਥ ਕਹਿੰਦਾ ਜੇਕਰ ਜਵਾਨੀ ਉਮਰੇ ਕੋਈ ਰੱਬ ਦੇ ਨਾਲ ਜੁੜ ਜਾਏ ਨਾ, ਕਹਿੰਦੇ ਉਹਦਾ ਫਿਰ ਸਵਾਦ ਹੀ ਵੱਖਰਾ ਹੈ। ਭਵ ਸਾਗਰ ਕੇ ਤਰਨ ਕਉ ਤਰਨ ਅਵਸਥਾ ਆਹੇ। ਕਹਿੰਦੇ ਭਵ ਸਾਗਰ ਤੋਂ ਤਰਨ ਦੇ ਲਈ ਤਰਨ ਅਵਸਥਾ, ਜਵਾਨੀ ਦੀ ਅਵਸਥਾ ਜਿਹੜੀ ਹੈ ਨਾ ਉਹ ਜ਼ਿਆਦਾ ਚੰਗੀ ਹੈ, ਕਿਉਂਕਿ ਜਵਾਨੀ ਵਿੱਚ ਜੋਸ਼ ਵੀ ਹੁੰਦਾ ਹੈ ਤੇ ਚੰਗਾ ਉਦਮ ਵੀ ਕਰ ਸਕਦਾ ਹੈ। ਤੂੰ ਜਵਾਨ ਹੈ, ਅੰਮ੍ਰਿਤ ਵੇਲੇ ਕੋਈ ਤੇਰੇ ਹੱਡ ਗੋਡੇ ਨਹੀਂ ਦੁਖਣਗੇ, ਆਰਾਮ ਨਾਲ ਉੱਠੇਗਾ। ਬਜ਼ੁਰਗਾਂ ਨੂੰ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ, ਭੁੰਡੀ ਚਾਲ, ਚਰਨ ਪਗ ਖਿਸਰੇ, ਤੁਚਾ ਦੇਹ ਕੁਮਲਾਨੀ। ਸੋ ਇਸ ਪ੍ਰਕਾਰ ਦੀ ਅਵਸਥਾ ਆ ਜਾਂਦੀ ਹੈ। ਨੈਨੀ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ। ਫਿਰ ਬੁਢਾਪੇ ਵਿੱਚ ਮੁਸ਼ਕਲ ਹੋ ਜਾਂਦੀ ਹੈ। ਕਹਿੰਦੇ ਜੇ ਤੂੰ ਜਵਾਨ ਆ ਨਾ, ਜਵਾਨੀ ਦੀ ਅਵਸਥਾ ਦੇ ਵਿੱਚ ਜੇਕਰ ਤੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇਂ, ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ ਵਿਰਲੇ ਕਈ ਪਾਈਨ ਜਿੰਨਾ ਪਿਆਰੇ ਨੇ। ਕਹਿੰਦੇ ਜਵਾਨੀ ਦੀ ਉਮਰ ਸੁਹਾਵਣੀ ਉਮਰ ਹੈ ਇਹ, ਤੇ ਇਹਦੇ ਵਿੱਚ ਜਿਹਨੂੰ ਰੱਬ ਦਾ ਪ੍ਰੇਮ ਲੱਗ ਗਿਆ ਨਾ, ਕਹਿੰਦੇ ਉਹ ਬਹੁਤ ਵੱਡੇ ਭਾਗਾਂ ਵਾਲੇ ਆ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਾ ਲੱਗਾ ਦਾਗਾ। ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਲੱਗ ਗਿਆ ਜਵਾਨੀ ਉਮਰੇ। ਸੋ ਜਵਾਨੀ ਦੀ ਉਮਰ ਜਿਹੜੀ ਹੈ ਇਹ ਬੜੇ ਜੋਸ਼ੋ ਖਰੋਸ਼ ਵਾਲੀ ਹੁੰਦੀ ਹੈ, ਤੇ ਜਵਾਨੀ ਉਮਰੇ ਸੰਭਲ ਜਾਣਾ ਇਹ ਵਿਰਲੇ ਵਾਂਝਿਆਂ ਦੇ ਭਾਗਾਂ ਦੇ ਵਿੱਚ ਆਉਂਦਾ ਹੈ। ਦਸਵੇਂ ਪਾਤਸ਼ਾਹ ਜੀ ਦਾ ਬਚਨ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ, ਕਹਿੰਦੇ ਏਕ ਮਦੀ ਦੂਜੈ ਤਰੁਣ ਤੀਜੈ ਧਨ ਅਤ ਧਾਮ, ਪਾਪ ਕਰਨ ਤੇ ਕਿਉਂ ਬਚੈ ਬਚਾਵੈ ਰਾਮ। ਕਹਿੰਦੇ ਇੱਕ ਤਾਂ ਹੋਵੇ ਮਦੀ, ਨਸ਼ਈ ਹੋਵੇ, ਅਮਲ ਕਰਦਾ ਹੋਵੇ, ਜਾਂ ਜਵਾਨੀ ਦਾ ਨਸ਼ਾ ਮੰਨ ਲਓ। ਏਕ ਮਦੀ ਦੂਜੈ ਤਰੁਣ, ਦੂਜਾ ਜਵਾਨ ਹੋਵੇ, ਤੇ ਤੀਜਾ ਧਨ ਅਤ ਧਾਮ। ਤੀਜੀ ਅਵਸਥਾ ਕੀ ਹੋਵੇ ਕਿ ਘਰ ਦੇ ਵਿੱਚ ਧਨ ਵੀ ਬਹੁਤਾ ਹੋਵੇ, ਅਮੀਰ ਵੀ ਬਹੁਤ ਹੋਵੇ। ਤੇ ਕਹਿੰਦੇ ਜਦੋਂ ਇਹ ਤਿੰਨੇ ਚੀਜ਼ਾਂ ਹੋ ਜਾਣ ਨਾ, ਫਿਰ ਕਹਿੰਦੇ ਪਾਪ ਕਰਮ ਤੋਂ ਕੋਈ ਵਿਰਲਾ ਹੀ ਬਚਦਾ ਜਿਹਨੂੰ ਰਾਮ ਬਚਾਵੇ, ਰੱਬ ਬਚਾਵੇ, ਨਹੀਂ ਤਾਂ ਪਾਪ ਕਰਮ ਮੱਲੋਜੋਰੀ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਇੱਥੇ ਬਿਸ਼ੰਬਰ ਦਾਸ ਨੂੰ ਬਚਨ ਕਰ ਰਹੇ ਆ, ਕਹਿੰਦੇ ਤਰਨ ਕੀ ਤਰਨਾਏ। ਜਵਾਨ ਦੀ ਜਵਾਨੀ ਵਾਸਤੇ ਵੀ ਤੇਰਾ ਪੁੱਤਰ, ਤੇਰੀ ਧੀ ਜਾਂ ਗੁਰੂ ਕੇ ਸਿੱਖਾਂ, ਜਦੋਂ ਤੂੰ ਖੁਦ ਜਵਾਨ ਹੁੰਦਾ ਨਾ ਤਾਂ ਉਸ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰੀ ਕਿ ਸਤਿਗੁਰ ਸਹਾਏ। ਮਹਾਰਾਜ ਇਹ ਜਵਾਨੀ ਦੀ ਅਵਸਥਾ ਵਿੱਚ ਵੀ ਤੁਸੀਂ ਸਹਾਇਤਾ ਕਰਨੀ ਹੈ, ਤੁਸੀਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਹੈ। ਜੋ ਸਖੀ ਚੱਕ ਧਾਰਣੈ ਮਨ ਮੈਨ ਪੂਰਾ ਦਿਨ ਰਹਿਣ। ਕਹਿੰਦੇ ਭਾਈ ਜਦੋਂ ਤੂੰ ਕੋਈ ਚਾਕਰ ਰੱਖਣਾ ਹੈ, ਨੌਕਰ ਰੱਖਣਾ ਨਾ ਘਰ ਦੇ ਵਿੱਚ, ਤੇ ਉਸ ਵੇਲੇ ਵੀ ਅਰਦਾਸ ਕਰੀ ਕਿ ਮਨ ਮੈਣ, ਮੇਰਾ ਮਨ ਆ ਨਾ ਜਿਹੜਾ ਮੈਣ ਵਰਗਾ, ਮੈਣ ਨਾਮ ਹੈ ਮੋਮ ਦਾ। ਗੁਰਬਾਣੀ ਵਿੱਚ ਵੀ ਬਚਨ ਆਉਂਦੇ ਆ, ਮੈਣ ਕੇ ਦੰਤ ਕਿਉ ਖਾਈਐ ਸਾਰ। ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਵੇਂ ਚੱਬਿਆ ਜਾ ਸਕਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਨੌਕਰ ਰੱਖਦਾ ਹੈ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀ ਕਿ ਮੇਰਾ ਮਨ ਹੈ ਜਿਹੜਾ ਇਹ ਮੈਣ ਦੀ ਤਰ੍ਹਾਂ, ਮੋਮ ਦੀ ਤਰ੍ਹਾਂ ਨਰਮ ਰਹੇ। ਮੈਂ ਐਵੇਂ ਨਾ ਨੌਕਰ ਨੂੰ ਝਿੜਕੀ ਜਾਵਾਂ, ਕਿਉਂਕਿ ਉਹਨੇ ਕੰਮ ਕਰਨਾ, ਆਪਣੀ ਤਨਖਾਹ ਲੈਣੀ ਹੈ। ਤੇ ਮੈਂ ਦਿਨ ਰਾਤ ਮੇਰਾ ਮਨ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਇਹ ਨਿਮਰਤਾ ਦੇ ਵਿੱਚ ਰਹੇ। ਦੂਜਾ ਅਰਥ ਆਪੇ ਇਉਂ ਵੀ ਕਰ ਸਕਦੇ ਆ ਕਿ ਜਦੋਂ ਤੂੰ ਕਿਸੇ ਕੋਲ ਨੌਕਰ ਲੱਗਣਾ ਹੈ
ਤੇ ਉਦੋਂ ਵੀ ਇਹ ਅਰਦਾਸ ਕਰੀ, ਮਹਾਰਾਜ ਮੇਰਾ ਮਨ ਨਰਮ ਰਹੇ, ਮੈਣ ਦੀ ਤਰ੍ਹਾਂ, ਮੋਮ ਦੀ ਤਰ੍ਹਾਂ। ਮੇਰਾ ਬੌਸ ਜੇਕਰ ਮੈਨੂੰ ਕੋਈ ਵੱਧ ਘੱਟ ਵੀ ਕਦੇ ਕਹਿ ਜਾਵੇ ਤਾਂ ਮੈਂ ਤੈਸ਼ ਦੇ ਵਿੱਚ ਨਾ ਆਵਾਂ, ਮੈਂ ਉਹਦੇ ਅੱਗੇ ਨਾ ਬੋਲ ਪਾਵਾਂ, ਮੈਂ ਕੋਈ ਆਪਣੀ ਨੌਕਰੀ ਨੂੰ ਖਤਰੇ ਦੇ ਵਿੱਚ ਨਾ ਪਾ ਲਵਾਂ, ਕਿਉਂਕਿ ਬੌਸ ਇਜ਼ ਆਲਵੇਜ਼ ਰਾਈਟ। ਬੌਸ ਜਿਹੜਾ ਹਮੇਸ਼ਾ ਹੀ ਠੀਕ ਹੀ ਹੁੰਦਾ, ਜਿਹੜਾ ਬੌਸ ਗੱਲ ਕਹਿ ਦੇ। ਆਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਵੱਡਾ ਬੰਦਾ ਜਿਹੜਾ ਜਿਹਦੇ ਕੋਲੇ ਕੰਮ ਕਰਦੇ ਹੈ ਤੇ ਉਹ ਜੋ ਉਹਨੇ ਕਹਿਤਾ ਉਹ 7 ਵਚਨ ਕਹਿ ਕੇ ਮੰਨਣਾ ਹੀ ਪੈਣਾ, ਇਹ ਤੋਂ ਬਿਨਾਂ ਚਾਰਾ ਵੀ ਨਹੀਂ ਹੁੰਦਾ। ਕੋਈ ਅਗਲੇ ਨੇ ਕੱਢ ਕੇ ਨੌਕਰੀ ਤੋਂ ਕਹਿਣ ਚੰਗਾ ਭਾਈ ਫਿਰ ਤੇਰੀ ਛੁੱਟੀ ਹੈ, ਕੱਲ੍ਹ ਤੋਂ ਨਾ ਆਈ। ਸੋ ਕਹਿੰਦੇ ਜੇ ਆਪ ਵੀ ਨੌਕਰ ਲੱਗਣਾ ਹੋਵੇ ਫਿਰ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਕਿ ਦਿਨ ਰੈਣ, ਦਿਨ ਰਾਤ ਮੇਰਾ ਮਨ ਨਿਮਰਤਾ ਭਾਵ ਵਿੱਚ ਰਹੇ। ਸਠੀ ਅਮਾਨ ਸਚਾਏ ਸਤਿਗੁਰ ਸਹਾਏ। ਕਹਿੰਦੇ ਜਦੋਂ ਤੇਰੇ ਕੋਲ ਕੋਈ ਆਪਣੀ ਅਮਾਨਤ ਰੱਖ ਜਾਏ ਤੇ ਗੁਰੂ ਕੇ ਸਿੱਖਾ ਗੁਰੂ ਚਰਨਾਂ ਵਿੱਚ ਅਰਦਾਸ ਕਰੀ ਕਿ ਮੈਂ ਇਹਦੀ ਅਮਾਨਤ ਮੋੜਨ ਵੇਲੇ ਵੀ ਮੇਰੀਆਂ ਅੱਖਾਂ ਇਹੋ ਹੀ ਰਹਿਣ ਜੋ ਅਮਾਨਤ ਲੈਣ ਵੇਲੇ ਹੋਈਆਂ। ਤੁਸੀਂ ਸਹਾਇਤਾ ਕਰਨੀ ਹੈ, ਤੁਸੀਂ ਮੈਨੂੰ ਸੱਚਾਈ ਦੇ ਰਸਤੇ ਦੇ ਉੱਤੇ ਦ੍ਰਿੜ ਰੱਖਣਾ ਹੈ, ਮੈਂ ਸੱਚਾ ਸੁੱਚਾ ਰਹਾਂ ਕਿਸੇ ਦੀ ਅਮਾਨਤ ਲੈ ਕੇ। ਸਤਿਗੁਰੂ ਜੀ ਤੁਸੀਂ ਸਹਾਇਤਾ ਕਰਨੀ ਹੈ। ਜੇ ਮੈਂ ਕਿਸੇ ਕੋਲੇ ਅਮਾਨਤ ਰੱਖਦਾ ਤਾਂ ਵੀ ਮੈਂ ਸੱਚ ਦੇ ਉੱਤੇ, ਔਰ ਜਿਹੜਾ ਅਮਾਨਤ ਰਖਾਉਂਦਾ ਉਹ ਸੱਚ ਦੇ ਉੱਤੇ ਪਹਿਰਾ ਦੇਵੇ। ਸਤਿਗੁਰੂ ਜੀ ਤੁਸੀਂ ਰੱਖਿਆ, ਤੁਸੀਂ ਸਹਾਇਤਾ ਕਰਨੀ ਹੈ। ਜਿਵੇਂ ਲਾਹੌਰ ਨਿਵਾਸੀ ਇੱਕ ਪਠਾਨ ਜਮਾਲ ਤੇ ਗੁਰੂ ਕੇ ਸਿੱਖ ਪਤੰਗ ਦੀ ਸਾਖੀ ਆਉਂਦੀ ਹੈ, ਜਮਾਲ ਤੇ ਪਤੰਗ ਦੀ। ਕਹਿੰਦੇ ਇਹ ਜਿਹੜਾ ਜਮਾਲ ਖਾਂ ਪਠਾਨ ਸੀ ਨਾ, ਇੱਕ ਵਾਰੀ ਕਿਤੇ ਜਾਣ ਲੱਗਿਆ ਤੇ ਇਹਨੇ 700 ਜਿਹੜੀਆਂ ਸੋਨੇ ਦੀਆਂ ਮੋਹਰਾਂ ਸੀ ਇਹ ਭਾਈ ਪਤੰਗ ਸ਼ਾਹੂਕਾਰ ਦੇ ਦੁਕਾਨ ਦੇ ਉੱਤੇ ਆ ਗਿਆ, ਮਹਿਮਾ ਸੁਣ ਕੇ ਕਿ ਉਹ ਬੜਾ ਸੱਚਾ ਸੁੱਚਾ ਗੁਰੂ ਨੂੰ ਮੰਨਣ ਵਾਲਾ, ਭਾਵਨਾ ਵਾਲਾ ਸਿੱਖ ਹੈ, ਕੋਈ ਹੇਰਾ ਫੇਰੀ ਨਹੀਂ ਕਰਦਾ, ਅਮਾਨਤ ਵਿੱਚ ਖਿਆਨਤ ਨਹੀਂ ਕਰਦਾ। ਇਹ ਆਇਆ ਤੇ ਆਖਿਆ ਭਾਈ ਪਤੰਗ ਆ ਮੇਰੀ ਅਮਾਨਤ ਹੈ, ਮੈਂ ਕਿਤੇ ਚੱਲਿਆ ਬਾਹਰ ਤੇ ਆ ਕੇ ਤੇਰੇ ਤੋਂ ਲੈ ਲਵਾਂਗਾ, ਉਨੀ ਦੇਰ ਤੱਕ ਤੂੰ ਆਪਣੇ ਕੋਲ ਇਹਨੂੰ ਸਾਂਭ ਕੇ ਰੱਖ ਲੈ। ਗੁਰੂ ਕੇ ਸਿੱਖ ਨੇ ਆਖਿਆ ਠੀਕ ਆ ਰੱਖ ਲੈਂਦਾ। ਇੱਦਾਂ ਗੱਲਾਂ ਬਾਤਾਂ ਕਰਦਿਆਂ ਕੋਈ ਗਾਹਕ ਵਿੱਚ ਹੋਰ ਆ ਗਿਆ। ਭਾਈ ਪਤੰਗ ਸੀ ਜਿਹੜਾ ਉਹਦਾ ਧਿਆਨ ਉਧਰ ਚਲੇ ਗਿਆ ਤੇ ਇਹ ਜਿਹੜੀ ਇਹਦੀ ਅਮਾਨਤ ਇਹ ਰੱਖ ਗਿਆ ਸੀ ਨਾ, ਇਹਨੂੰ ਆਪਣੇ ਵਹੀ ਦੇ ਉੱਤੇ ਲਿਖਣਾ ਭੁੱਲ ਗਿਆ। ਜਿਸ ਵੇਲੇ ਲਿਖਣਾ ਭੁੱਲ ਗਿਆ, ਸਮਾਂ ਲੰਘਿਆ, ਭਾਈ ਜਮਾਲ ਵਾਪਸ ਆਇਆ, ਇਹ ਜਿਹੜਾ ਪਠਾਨ ਸੀ, ਤੇ ਇਹਨੇ ਆ ਕੇ ਮੰਗ ਕੀਤੀ, ਕਹਿੰਦਾ ਜੀ ਤੁਹਾਡੇ ਕੋਲੇ 700 ਮੋਹਰਾਂ ਰੱਖ ਗਿਆ ਸੀ ਸੋਨੇ ਦੀਆਂ ਮੈਂ, ਤੇ ਉਹ ਮੈਨੂੰ ਵਾਪਸ ਚਾਹੀਦੀਆਂ। ਇਹ ਕਹਿੰਦਾ ਠੀਕ ਆ ਬਹਿ ਜਾ, ਦੇ ਦਿੰਦੇ ਆ। ਇਹਨੇ ਆਪਣੀ ਵਹੀ ਚੱਕੀ, ਹੁਣ ਉਹਨੂੰ ਫੋਲਦਾ ਗਿਆ ਫੋਲਦਾ ਗਿਆ ਫੋਲਦਾ ਗਿਆ, ਲੱਭੇ ਤਾਂ ਨਾ ਜੇ ਲਿਖਿਆ ਹੋਵੇ, ਕਿਉਂਕਿ ਉਦੋਂ ਹੋਰ ਗਾਹਕ ਵੱਲ ਧਿਆਨ ਚਲਾ ਗਿਆ, ਲਿਖਣਾ ਭੁੱਲ ਗਿਆ। ਤੇ ਆਖਿਆ ਵੀ ਨਾ ਭਾਈ ਤੇਰਾ ਤਾਂ ਮੇਰੇ ਨਾਲ ਕੋਈ ਹਿਸਾਬ ਕਿਤਾਬ ਨਹੀਂ, ਮੇਰੇ ਕੋਲ ਤਾਂ ਲਿਖਿਆ ਹੀ ਨਹੀਂ ਹੋਇਆ। ਤੇ ਇਹ ਕਹਿੰਦਾ ਮੈਂ ਰੱਖ ਕੇ ਗਿਆ, ਮੈਂ ਤੇਰੇ ਤੇ ਯਕੀਨ ਕਰਕੇ ਆਇਆ, ਸਾਰੇ ਸ਼ਹਿਰ ਦੇ ਲੋਕ ਤੇਰੀ ਸ਼ਾਦੀ ਭਰਦੇ ਐ, ਇਹ ਗੱਲ ਕਹਿੰਦੇ ਆ ਕਿ ਇਹ ਅਮਾਨਤ ਵਿੱਚ ਖਿਆਨਤ ਨਹੀਂ ਕਰਦਾ, ਪਰ ਤੂੰ ਮੇਰੇ ਨਾਲ ਬੜੀ ਜੱਗੋ ਤੇਰੇ ਵੀ ਕਰ ਰਿਹਾ, ਤੂੰ ਕਹਿੰਦਾ ਤੇਰੇ ਕੋਲ ਮੈਂ ਰੱਖ ਹੀ ਨਹੀਂ ਗਿਆ। ਇਹ ਤਾਂ ਅਨਿਆਂ ਨਾ। ਸੋ ਇੱਦਾਂ ਦੋਵਾਂ ਦੀ ਗੱਲਬਾਤ ਥੋੜ੍ਹੀ ਜਿਹੀ ਤੂੰ ਮੈਂ ਵੱਧ ਗਈ ਤੇ ਲਾਹੌਰ ਦੇ ਹਾਕਮ ਦੇ ਕੋਲ ਗੱਲ ਚਲੇ ਗਈ, ਥਾਣੇ ਕਚਹਿਰੀ ਗੱਲ ਚਲੇ ਗਈ। ਤੇ ਉਹਨੇ ਜਦੋਂ ਦੋਵਾਂ ਦਾ ਪੱਖ ਸੁਣਿਆ, ਭਾਈ ਪਤੰਗ ਬਾਰੇ ਵੀ ਜਾਣਦਾ ਸੀ ਵੀ ਇਹ ਸੱਚਾ ਸੁੱਚਾ ਸਿੱਖ ਹੈ, ਵੀ ਇਹ ਹੇਰਾ ਫੇਰੀ ਕਰ ਨਹੀਂ ਸਕਦਾ। ਤੇ ਉਹਨੇ ਫੈਸਲਾ ਕਰਨ ਵਾਸਤੇ ਕੀ ਕੀਤਾ, ਕਹਿੰਦਾ ਭਾਈ ਤੇਲ ਦਾ ਕੜਾਹਾ ਤਪਾਵਾਂਗੇ, ਤੁਸੀਂ ਦੋਵਾਂ ਨੇ ਵਾਰੋ ਵਾਰੀ ਹੱਥ ਪਾਉਣਾ ਉਹਦੇ ਵਿੱਚ, ਜਿਹੜਾ ਤੁਹਾਡੇ 'ਚੋਂ ਝੂਠ ਬੋਲਦਾ ਹੋਇਆ ਉਹਦਾ ਹੱਥ ਜਲ ਜਾਏਗਾ, ਸੜ ਜਾਣਾ, ਜਿਹੜਾ ਸੱਚਾ ਹੋਇਆ ਉਹਦੇ ਹੱਥ ਨੂੰ ਸੇਕ ਨਹੀਂ ਲੱਗੇਗਾ। ਦੋਵੇਂ ਆਪੋ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਲਓ। ਹੁਣ ਗੁਰੂ ਕਾ ਸਿੱਖ ਭਾਈ ਪਤੰਗ ਸੀ, ਇਹਨੇ ਗੁਰੂ ਚਰਨਾਂ ਦਾ ਧਿਆਨ ਧਰਿਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ। ਅੰਮ੍ਰਿਤਸਰ ਸਾਹਿਬ ਸਤਿਗੁਰੂ ਜੀ ਬਿਰਾਜਦੇ ਹੈ, ਤੇ ਇਹਨੇ ਆਪਣਾ ਹੱਥ ਪਾਇਆ ਕੜਾਹੇ ਵਿੱਚ ਤੇ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀਓ, ਉਹ ਠੰਡਾ ਹੋ ਗਿਆ, ਉਹਦੇ ਹੱਥ ਨੂੰ ਸੇਕ ਲੱਗੇ ਹੀ ਨਾ। ਹੁਣ ਜਮਾਲ ਨੂੰ ਵੀ ਆਪਣੀ ਸੱਚਾਈ ਦੇ ਉੱਤੇ ਮਾਣ ਸੀ, ਇਹਨੇ ਆਪਣੇ ਜਿੰਨੇ ਪੀਰ ਫਕੀਰ ਸੀ ਸਾਰਿਆਂ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ। ਫਲਾਣਾ ਪੀਰਾ ਆ ਜਾ, ਮੈਂ ਤੇਰੀ ਸੀਰਨੀ ਦੇਊਂਗਾ, ਮੈਂ ਤੇਰੀ ਸੁੱਖਣਾ ਦੇਊਂਗਾ, ਮੈਂ ਤੇਰੀ ਚਾਦਰਾਂ ਚੜਾਊਂਗਾ। ਕਈ ਪੀਰ ਫਕੀਰ ਇਹਨੇ 2 ਮਿੰਟਾਂ ਦੇ ਵਿੱਚ ਇਕੱਠੇ ਕਰ ਲਏ। ਇਹਨੇ ਜਦੋਂ ਇੱਦਾਂ ਕਰਕੇ ਤੇ ਉਹ ਕੜਾਹੇ ਵਿੱਚ ਹੱਥ ਪਾਇਆ ਤਾਂ ਇਹਦਾ ਹੱਥ ਸੜ ਗਿਆ। ਇਹ ਬੜਾ ਹੈਰਾਨ, ਰੱਬ ਤੋਂ ਵਿਸ਼ਵਾਸ ਉੱਠ ਗਿਆ, ਕਹਿੰਦਾ ਉਹ ਕਹਿਰ ਖੁਦਾ ਦਾ, ਅੱਲਾਹ ਤਾਲਾ ਦੇ ਘਰ ਵਿੱਚ ਵੀ ਨਿਆਂ ਨਹੀਂ, ਮੈਂ ਸੱਚਾ ਸੀ ਫਿਰ ਵੀ ਮੇਰਾ ਹੱਥ ਜਲ ਗਿਆ, ਉਹ ਝੂਠੇ ਦੀ ਫਿਰ ਵੀ ਰੱਖਿਆ ਹੋ ਗਈ। ਇਹਦਾ ਮਨ ਨਾ ਮੰਨਿਆ। ਨਮੋਸ਼ੀ ਜੀ ਦੇ ਵਿੱਚ ਕਿ ਲੋਕ ਕਹਿਣਗੇ ਐਡਾ ਲੈਂਡਲੌਰਡ ਕਹਾਉਂਦਾ, ਅਮੀਰ ਕਹਾਉਂਦਾ, ਐਵੇਂ ਸਿੱਖ ਦੇ ਸਿਰ ਦੋਸ਼ ਮੜਦਾ ਸੀ 700 ਸੋਨੇ ਦੀਆਂ ਮੋਹਰਾਂ ਦਾ। ਇਹ ਵਾਪਸ ਚਲਿਆ ਗਿਆ। ਤੇ ਇੱਕ ਦਿਨ ਕੀ ਹੋਇਆ, ਦੀਵਾਲੀ ਦਾ ਸਮਾਂ ਸੀ,
ਤੇ ਦੁਕਾਨ ਦੀ ਸਾਫ਼ ਸਫਾਈ ਕਰਦਿਆਂ ਤੇ ਇਹ ਗੁਰੂ ਕੇ ਸਿੱਖ ਨੂੰ ਉਹ ਮੋਹਰਾਂ ਦੀ ਥੈਲੀ ਲੱਭ ਗਈ। ਤੇ ਇੱਕਦਮ ਚੇਤਾ ਆ ਗਿਆ ਇਹਦੇ, ਜਦੋਂ ਨੇ ਹਿਸਾਬ ਕਿਤਾਬ ਕਰਕੇ ਦੇਖਿਆ ਤੇ ਇਹਦੇ ਅਕਾਊਂਟ ਦੇ ਵਿੱਚੋਂ 700 ਮੋਹਰਾਂ ਵਧਣ। ਫਿਰ ਇਹਨੂੰ ਚੇਤਾ ਆਇਆ ਵੀ ਇਹ ਭਾਈ ਜਮਾਲ ਵਾਲੀਆਂ ਹੀ ਆ, ਜਮਾਲ ਖਾਂ ਪਠਾਨ ਵਾਲੀਆਂ। ਤੇ ਇਹ ਉਹਦੇ ਘਰ ਗਿਆ, ਉਹਨੂੰ ਜਾ ਕੇ ਇਹਨੇ ਫੜਾ ਦਿੱਤੀਆਂ। ਕਹਿੰਦਾ ਭਾਈ ਆ ਤੇਰੀਆਂ ਮੋਹਰਾਂ ਲੱਭ ਗਈਆਂ। ਉਹ ਕਹਿੰਦਾ ਮੈਨੂੰ ਮੋਹਰਾਂ ਮਿਲਣ ਦੀ ਖੁਸ਼ੀ ਨਹੀਂ ਹੈਗੀ, ਹੁਣ ਮੈਨੂੰ ਦੁੱਖ ਇਸ ਗੱਲ ਦਾ ਵੀ ਮੈਂ ਸੱਚਾ ਸੁੱਚਾ ਸੀ, ਫਿਰ ਵੀ ਮੇਰਾ ਹੱਥ ਰੱਬ ਨੇ, ਅੱਲਾਹ ਤਾਲਾ ਨੇ ਹਿਫਾਜ਼ਤ ਕਿਉਂ ਨਹੀਂ ਕੀਤੀ? ਤੂੰ ਝੂਠਾ ਸੀ। ਉਹ ਕਹਿੰਦਾ ਜੀ ਝੂਠਾ ਮੈਂ ਵੀ ਨਹੀਂ ਸੀ, ਕਿਉਂਕਿ ਮੇਰੇ ਤਾਂ ਧਿਆਨ ਦੇ ਵਿੱਚ ਹੀ ਨਹੀਂ ਸੀ। ਤੂੰ ਜਿੱਥੇ ਰੱਖ ਗਿਆ ਸੀ ਉੱਥੇ ਪਈਆਂ ਸੀ, ਮੈਂ ਤੇਰੇ ਤੋਂ ਫੜੀਆਂ ਹੀ ਨਹੀਂ। ਕਹਿੰਦਾ ਤੂੰ ਕਿਹੜੇ ਗੁਰੂ ਨੂੰ ਅਰਦਾਸ ਕੀਤੀ ਸੀ? ਉਹਨੇ ਕਿਹਾ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ। ਸੋ ਕਹਿੰਦਾ ਚੱਲ ਮੈਨੂੰ ਲੈ ਕੇ ਚੱਲ ਉਸ ਗੁਰੂ ਕੋਲੇ, ਤੇਰੇ ਗੁਰੂ ਤੋਂ ਪੁੱਛਦਾ ਵੀ ਤੂੰ ਝੂਠਿਆਂ ਦੀ ਰੱਖਿਆ ਕਰਦਾ, ਸੱਚਿਆਂ ਦੇ ਹੱਥ ਸਾੜਦਾ ਹੈ। ਇਹ ਮੇਰੇ ਮਨ ਵਿੱਚ ਸ਼ੰਕਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਚਲੇ ਗਏ। ਜਾ ਕੇ ਇਹਨੇ ਪੁੱਛੀ ਸਾਰੀ ਗੱਲਬਾਤ। ਨਮਸਕਾਰ ਕਰਨ ਤੋਂ ਬਾਅਦ ਮਹਾਰਾਜ ਇੱਦਾਂ ਕਿਉਂ ਹੋਇਆ? ਕਹਿੰਦੇ ਭਾਈ ਪਹਿਲੀ ਗੱਲ ਤਾਂ ਸਿੱਖ ਝੂਠਾ ਨਹੀਂ ਸੀ, ਇਹ ਸੱਚਾ ਸੀ। ਦੂਜਾ ਇਹਨੇ ਇੱਕ ਦਾ ਧਿਆਨ ਧਰਿਆ, ਇੱਕ ਦਾ। ਤੇ ਤੂੰ ਕਿਹਦਾ ਧਰਿਆ? ਉਹ ਕਹਿੰਦਾ ਜੀ ਮੈਂ ਤਾਂ ਕਈ ਪੀਰ ਫਕੀਰ ਮਨਾ ਲਏ ਸੀ। ਕਹਿੰਦੇ ਬਸ ਫਿਰ ਘਾਟ ਇੱਥੇ ਆ ਗਈ, ਕਿਉਂਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਜਿਹੜਾ ਉਹ ਭੁੱਖਾ ਹੀ ਰਹਿ ਜਾਂਦਾ ਹੁੰਦਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਧੋਬੀ ਦੇ ਕੁੱਤੇ ਵਾਲੀ ਗੱਲ ਹੁੰਦੀ ਆ। ਉਹ ਕਹਿੰਦੇ ਧੋਬੀ ਦਾ ਕੁੱਕਰ ਉਹ ਨਾ ਘਰ ਦਾ ਤੇ ਨਾ ਘਾਟ ਦਾ। ਇੱਦਾਂ ਕਹਿੰਦੇ ਭਾਈ ਇੱਕ ਤੇ ਯਕੀਨ, ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕ ਦੇ ਉੱਤੇ ਸ਼ਰਧਾ ਭਾਵਨਾ ਕਰਕੇ, ਵਿਸ਼ਵਾਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ 65 ਨੰਬਰ ਅਰਦਾਸ ਕਰਨੀ ਹੈ। ਅਮਾਨ ਸਚਾਏ ਸਤਿਗੁਰ ਸਹਾਏ। ਮਹਾਰਾਜ ਸੱਚੇ ਪਾਤਸ਼ਾਹ ਅਮਾਨਤ ਰੱਖਣ ਵੇਲੇ ਜਾਂ ਰਖਾਉਣ ਵੇਲੇ ਉਨੀ ਅੱਖੀ ਵਾਪਸ ਮਿਲ ਜਾਵੇ ਜਿਹੜੀ ਅਮਾਨਤ ਰਖਾਈ ਹੈ। ਕਿਤੇ ਇਹ ਨਾ ਹੋਵੇ ਕਿ ਰਖਾਉਣ ਵੇਲੇ ਅਮਾਨਤ ਲੈਣ ਵੇਲੇ ਗਊ ਬਣ ਕੇ ਲੈ ਲਵਾਂ ਤੇ ਜਦੋਂ ਅਗਲਾ ਮੰਗੇ ਤੇ ਉਦੋਂ ਫਿਰ ਸ਼ੇਰ ਵਾਂਗੂ ਨੂੰ ਪਵਾਂ ਝਈਆਂ ਲੈ ਕੇ ਪੰਜੇ ਮਾਰਾਂ ਉਹਦੇ। ਮਹਾਰਾਜ ਸੱਚੇ ਪਾਤਸ਼ਾਹ ਐਸਾ ਨਾ ਹੋਵੇ। ਸੋ ਆਪ ਜੀ ਆਪ ਸਹਾਇਤਾ ਕਰਨੀ। ਅਗਾਂਹ ਕਥਾ ਜਿਵੇਂ ਆਏਗੀ ਸਤਿਗੁਰੂ ਜੀ ਅਰਦਾਸਾਂ ਦੱਸਣਗੇ। ਭਾਈ ਵਿਸ਼ੰਬਰ ਦਾਸ ਨੂੰ ਗੁਰੂ ਕਿਰਪਾ ਕਰਕੇ ਕਰੇ। ਕੱਲ੍ਹ ਦੇ ਦੀਵਾਨ ਦੇ ਵਿੱਚ ਆਪਾਂ ਅੱਗੇ ਕਥਾ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਸਮਾਂ ਥੋੜ੍ਹਾ ਜਿਹਾ ਉੱਚਾ ਹੋ ਗਿਆ, ਸੰਗਤ ਤੋਂ ਖਿਮਾ ਵੀ ਚਾਹੁੰਦੇ ਆ, ਕਿਉਂਕਿ ਇਹ ਫਿਰ ਸਾਖੀ ਚੱਲ ਪਈ ਸੀ ਨਾ ਕੁਦਰਤੀ, ਤੇ ਉਹਦਾ ਕਰਕੇ ਜਿਹੜਾ ਇਹ ਸਮਾਂ ਥੋੜ੍ਹਾ ਜਿਹਾ ਵੱਧ ਲੱਗ ਗਿਆ। ਪਰ ਚਲੋ ਕੋਈ ਨਹੀਂ, ਕਿਉਂਕਿ ਵਿਸ਼ੇਸ਼ ਸਮਾਗਮ ਹੋਵੇ ਜਿਸ ਦਿਨ, ਉਸ ਦਿਨ ਹੁੰਦਾ ਕਿ ਸਮਾਂ ਦਾ ਹੇਰ ਫੇਰ ਨਾ ਹੋਵੇ ਕੋਈ ਬਹੁਤਾ। ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਸਮੇਂ ਦੇ ਵਿੱਚ ਰਹਿੰਦਿਆਂ ਸਭ ਨਿਬੜ ਜਾਏ। ਤਾਂ ਆਓ ਹੁਣ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਆਪਾਂ ਸਮਾਪਤੀ ਦੇ ਵਿੱਚ ਸ਼ਾਮਲ ਹੋਈਏ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਓ ਮੇਲ। ਅਮਾਨ ਸਚਾਏ ਸਤਿਗੁਰ ਸਹਾਏ। हे गोविंद हे गोपाल हे दयाल लाल। प्राणनाथ अनाथ सखे दीन दर्द निवार। हे समर्थ अगम पूरन मोहे मया। अंधकूप महाभयान नानक पार। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ